ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਤੁਹਾਨੂੰ ਸਭ ਨੂੰ ਪਤਾ ਹੈ ਆਪਾਂ ਇੱਥੇ ਕੰਪਿਊਟਰ ਕਰ ਰਹੇ ਹਾਂ ਪਟਵਾਰੀ ਐਗਜ਼ਾਮ ਦੇ ਲਈ। ਤੇ ਅੱਜ ਜਿਹੜਾ ਮੈਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਇਆ ਰਾਜੇ, ਉਹ ਹੈਗਾ ਪਾਰਟ ਨੰਬਰ 3। ਠੀਕ ਹੈ, ਹੁਣ ਇਸ ਤੋਂ ਪਹਿਲਾਂ 2 ਪਾਰਟ ਆ ਚੁੱਕੇ ਆ। ਤੇ ਜਿਹੜੇ ਬੱਚੇ ਡਾਇਰੈਕਟ ਇਹ ਪਾਰਟ ਦੇਖ ਰਹੇ ਆ ਤੇ ਕਿਰਪਾ ਕਰਕੇ ਉਹ ਪਹਿਲਾਂ ਪਾਰਟ ਨੰਬਰ 1 ਤੇ 2 ਜ਼ਰੂਰ ਦੇਖਣ, ਕਿਉਂਕਿ ਸਾਰੇ ਟੌਪਿਕ ਕੀ ਆ ਇੱਕ ਦੂਜੇ ਨਾਲ ਕੀ ਆ ਲਿੰਕ ਨੇ। ਤਾਂ ਇਸ ਕਰਕੇ ਤੁਸੀਂ ਪਹਿਲਾਂ ਪਾਰਟ 1 ਦੇਖਣਾ, 2 ਦੇਖਣਾ ਹੈ। ਇਸ ਤੋਂ ਇਲਾਵਾ ਅਗਰ ਕੋਈ ਬੱਚਾ ਜਲਦੀ, ਦੇਖੋ ਕਈਆਂ ਨੂੰ ਹੁੰਦਾ ਨਾ ਕਿ ਮੈਂ ਜਲਦੀ ਸਿਲੇਬਸ ਖਤਮ ਕਰਨਾ ਹੈ, ਤਾਂ ਮੈਨੂੰ ਕਾਲਸ ਵੀ ਆਉਂਦੀਆਂ ਨੇ, ਮੈਸੇਜ ਵੀ ਆਉਂਦੇ ਨੇ। ਤਾਂ ਆਲਰੇਡੀ ਆਪਣੇ ਚੈਨਲ ਤੇ 60 ਤੋਂ ਲੈ ਕੇ 70% ਕੰਪਿਊਟਰ ਸਿਲੇਬਸ ਕਵਰ ਹੋ ਚੁੱਕਿਆ ਹੈ। ਠੀਕ ਹੈ, ਤੇ ਇਹ ਜਿਹੜੀ ਸੀਰੀਜ਼ ਮੈਂ ਸਟਾਰਟ ਕੀਤੀ ਹੈ ਸਪੈਸ਼ਲ ਫॉर ਪਟਵਾਰੀ ਐਗਜ਼ਾਮ, ਇਹ ਔਨ ਡਿਮਾਂਡ ਹੈ ਰਾਜੇ ਸਟੂਡੈਂਟ ਦੀ ਕਿ ਸਰ ਬਿਲਕੁਲ ਬੇਸਿਕ ਤੋਂ ਸਟਾਰਟ ਕਰਵਾ ਦਿਓ। ਤਾਂ ਇੱਥੇ ਆਪਾਂ ਕਰ ਰਹੇ ਹਾਂ ਕੰਪਿਊਟਰ ਬਹੁਤ ਵਧੀਆ ਢੰਗ ਦੇ ਨਾਲ। ਠੀਕ ਹੈ ਜੀ, ਤੇ ਇੱਥੇ ਵੀ ਸਿਲੇਬਸ ਕਵਰ ਹੋ ਜਾਊਗਾ ਤੁਹਾਡਾ ਪ੍ਰੀ ਐਗਜ਼ਾਮ ਤੋਂ ਪਹਿਲਾਂ। ਠੀਕ ਹੈ, ਤੇ ਅੱਜ ਜਿਹੜਾ ਮੈਂ ਲੈ ਕੇ ਆਇਆ ਨੈਕਸਟ, ਇਹ ਹੈਗਾ ਕੰਪਿਊਟਰ ਮੈਮਰੀ ਦੇ ਉੱਪਰ। ਇਹਦੇ ਵਿੱਚ ਆਪਾਂ ਪੜਾਂਗੇ ਕਿ ਕੰਪਿਊਟਰ ਮੈਮਰੀ ਹੁੰਦੀ ਕੀ ਹੈ, ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਤਾਂ ਮੈਮਰੀ ਤੇ ਸਟੋਰੇਜ ਦੇ ਵਿੱਚ ਕੀ ਫਰਕ ਹੈ, ਤੇ ਇਸ ਤੋਂ ਇਲਾਵਾ ਪੜਾਂਗੇ ਕਿ ਪੇਪਰ ਦੇ ਵਿੱਚ ਕਿਵੇਂ ਕੁਐਸਚਨ ਪੁੱਛੇ ਜਾ ਸਕਦੇ ਆ। ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆਪਾਂ ਤੁਹਾਡੀ ਹੈਲਪ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਨਵੀਆਂ ਵੀਡੀਓਜ਼। ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਜੀ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ ਕੰਪਿਊਟਰ ਮੈਮਰੀ। ਕੰਪਿਊਟਰ ਮੈਮਰੀ ਸਮਝਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਇਹ ਸਮਝਦੇ ਹਾਂ ਕਿ ਮੈਮਰੀ ਹੁੰਦੀ ਕੀ ਹੈ। ਹੁਣ ਅਗਰ ਮੈਮਰੀ ਦੀ ਗੱਲ ਕਰੀਏ ਤਾਂ ਰਾਜੇ ਇਨਸਾਨ ਦੇ ਵਿੱਚ ਕੀ ਹੁੰਦਾ, ਦਿਮਾਗ ਹੁੰਦਾ। ਆਪਣੇ ਦਿਮਾਗ ਦੇ ਵਿੱਚ ਕੀ ਆ, ਬਹੁਤ ਕੁਝ ਸਟੋਰ ਹੁੰਦਾ ਹੈ। ਹੁਣ ਮੰਨ ਲਓ ਕਰੰਟਲੀ ਮੈਂ ਤੁਹਾਨੂੰ ਕੰਪਿਊਟਰ ਪੜ੍ਹਾ ਰਿਹਾ, ਤਾਂ ਇਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੋਊਗਾ, ਜੋ ਵੀਡੀਓ ਦੇ ਵਿੱਚ ਚੱਲ ਰਿਹਾ ਤੁਹਾਡੇ ਸਾਹਮਣੇ, ਜੋ ਪ੍ਰੈਜੈਂਟੇਸ਼ਨ ਖੁੱਲੀ ਹੋਈ ਹੈ ਕੰਪਿਊਟਰ ਮੈਮਰੀ ਬਾਰੇ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੋਊਗਾ। ਪਰ ਅਗਰ ਦੇਖਿਆ ਜਾਵੇ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਯਾਦ ਹੋਣਗੀਆਂ, ਬਹੁਤ ਸਾਰੀਆਂ ਤੁਹਾਡੀਆਂ ਯਾਦਾਂ ਹੋਣਗੀਆਂ, ਹੈ ਨਾ। ਤਾਂ ਇਹ ਜਿਹੜੀਆਂ ਯਾਦਾਂ ਹੋ ਗਈਆਂ ਸਟੋਰ ਹੋ ਕੇ ਰਹਿੰਦੀਆਂ ਨੇ ਆਪਣੇ ਦਿਮਾਗ ਦੇ ਵਿੱਚ ਪਰਮਾਨੈਂਟ ਲੌਂਗ ਟਰਮ। ਤਾਂ ਉਸ ਨੂੰ ਕੀ ਕਹਿ ਦਿੰਦੇ ਆ ਆਪਾਂ, ਸਟੋਰੇਜ ਕਹਿ ਦਿੰਦੇ ਆ, ਮੈਮਰੀਜ਼ ਕਹਿ ਦਿੰਦੇ ਆ। ਠੀਕ ਹੈ, ਵੈਸੇ ਵੀ ਤੁਸੀਂ ਫੇਸਬੁੱਕ ਤੇ ਸਾਰੇ ਆਪਣੇ ਫੋਟੋਆਂ ਵਗੈਰਾ ਪਾਉਂਦੇ ਰਹਿੰਦੇ ਆ ਕਿ ਅਸੀਂ ਮੰਨ ਲਓ ਕਿ ਅੱਜ ਸਾਡਾ ਬਰਥਡੇ ਹੈ ਜਾਂ ਅਸੀਂ ਕਿਤੇ ਘੁੰਮਣ ਗਏ ਟ੍ਰਿਪ ਤੇ, ਤਾਂ ਦੇਖੋ ਤੁਹਾਨੂੰ ਸਾਲ ਬਾਅਦ ਜਾਂ 2 ਸਾਲ ਬਾਅਦ ਤੁਹਾਨੂੰ ਇੱਕ ਮੈਸੇਜ ਆ ਜਾਂਦਾ ਵੀ ਤੁਹਾਡੀ ਮੈਮਰੀਜ਼ ਸ਼ੇਅਰ ਦੁਬਾਰਾ ਕਰੋ, ਹੈ ਨਾ। ਉਹ ਮੈਮਰੀਜ਼ ਕਿੱਦਾਂ ਆ ਜਾਂਦੀਆਂ, ਕਿਉਂਕਿ ਜਿਹੜਾ ਡਾਟਾ ਬੇਸ ਹੁੰਦਾ ਉਹਦੇ ਵਿੱਚ ਉਹ ਚੀਜ਼ਾਂ ਸਟੋਰ ਹੁੰਦੀਆਂ ਨੇ। ਤੇ ਫੇਸਬੁੱਕ ਨੂੰ ਤਾਂ ਹੀ ਪਤਾ ਚੱਲਦਾ, ਫੇਸਬੁੱਕ ਸੌਫਟਵੇਅਰ ਨੂੰ ਪਤਾ ਚੱਲ ਜਾਂਦਾ ਕਿ ਤੁਸੀਂ 2 ਸਾਲ ਪਹਿਲਾਂ ਕਿੱਥੇ ਗਏ ਸੀਗੇ, ਜਾਂ ਅੱਜ ਦੇ ਦਿਨ ਤੁਹਾਡਾ ਕੀ ਬਰਥਡੇ ਹੈ ਜਾਂ ਨਹੀਂ ਹੈਗਾ। ਤਾਂ ਉਵੇਂ ਇਨਸਾਨ ਦੇ ਦਿਮਾਗ ਦੇ ਵਿੱਚ ਵੀ ਕੀ ਹੁੰਦਾ, ਸਟੋਰ ਹੁੰਦਾ ਸਾਰਾ ਕੁਝ। ਤੇ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਮੈਮਰੀਜ਼। ਠੀਕ ਹੈ ਜੀ, ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਮੈਮਰੀ ਹੁੰਦੀ ਕੀ ਹੈ। ਤੇ ਇਸ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਅਗਰ ਕੰਪਿਊਟਰ ਮੈਮਰੀ ਦੀ, ਤਾਂ ਕੰਪਿਊਟਰ ਮੈਮਰੀ ਵੀ ਬਿਲਕੁਲ ਇਨਸਾਨ ਦੇ ਦਿਮਾਗ ਵਰਗੀ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਰਾਜੇ, ਡਾਟਾ ਸਟੋਰ ਹੁੰਦਾ ਹੈ, ਆਪਣਾ ਇੰਸਟਰਕਸ਼ਨ ਸਟੋਰ ਹੁੰਦੀਆਂ ਨੇ, ਟੈਂਪਰੇਰੀ ਡਾਟਾ ਸਟੋਰ ਕਰ ਸਕਦੇ ਹਾਂ ਆਪਾਂ, ਪਰਮਾਨੈਂਟ ਡਾਟਾ ਸਟੋਰ ਕਰ ਸਕਦੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਠੀਕ ਹੈ, ਤੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਕਹਿੰਦਾ ਵੀ ਜੇ ਕੰਪਿਊਟਰ ਮੈਮਰੀ ਕੀ ਹੈ, ਇੱਕ ਤਰ੍ਹਾਂ ਦਾ ਸਟੋਰੇਜ ਸਪੇਸ ਹੈ ਜਿੱਥੇ ਕੰਪਿਊਟਰ ਕੀ ਕਰਦਾ, ਆਪਣਾ ਡਾਟਾ ਪ੍ਰੋਸੈਸਡ ਕਰਦਾ ਹੈ, ਇੰਸਟਰਕਸ਼ਨ ਨੂੰ ਕੀ ਹੈ ਸੇਵ ਵੀ ਕਰ ਸਕਦਾ ਹੈ, ਪ੍ਰੋਸੈਸ ਵੀ ਕਰ ਸਕਦਾ ਹੈ। ਠੀਕ ਹੈ, ਤੇ ਜੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਦੇਖੀਏ ਤਾਂ ਕੰਪਿਊਟਰ ਮੈਮਰੀ 2 ਭਾਗਾਂ 'ਚ ਵੰਡੀ ਗਈ ਹੈ ਰਾਜੇ, ਪ੍ਰਾਇਮਰੀ ਤੇ ਸੈਕੰਡਰੀ ਮੈਮਰੀ। ਠੀਕ ਹੈ, ਜਿਨ੍ਹਾਂ ਨੂੰ ਕਹਿ ਦਿੰਦੇ ਆ ਵੋਲੇਟਾਈਲ ਤੇ ਨੌਨ ਵੋਲੇਟਾਈਲ। ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ ਕਿ ਵੋਲੇਟਾਈਲ ਤੇ ਨੌਨ ਵੋਲੇਟਾਈਲ ਕੀ ਚੀਜ਼ ਹੈ। ਇਹ ਤੁਹਾਨੂੰ ਮੈਂ ਕਰਵਾਉਂਗਾ ਅੱਜ ਬਹੁਤ ਵਧੀਆ ਢੰਗ ਦੇ ਨਾਲ। ਅੱਜ ਦੀ ਵੀਡੀਓ 'ਚ ਗਰੰਟੀ ਹੈ, ਤੁਸੀਂ ਪੂਰੇ ਧਿਆਨ ਨਾਲ ਦੇਖ ਲਈ, ਅੱਧੇ ਘੰਟੇ ਦੀ ਵੀਡੀਓ ਹੈ। ਜੇ ਤੁਸੀਂ ਪੂਰੇ ਧਿਆਨ ਨਾਲ ਦੇਖ ਲਈ, ਤੁਹਾਡਾ ਮੈਮਰੀ ਦੇ ਉੱਪਰ ਕੋਈ ਵੀ ਕੁਐਸਚਨ ਗਲਤ ਨਹੀਂ ਹੁੰਦਾ। ਇੱਕ ਵਾਰ ਦਿਮਾਗ ਲਾ ਕੇ ਦੇਖਣੀ ਹੈ ਵੀਡੀਓ ਬਸ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰਾਇਮਰੀ ਮੈਮਰੀ ਦੀ। ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੈਮਰੀ ਤੇ ਸਟੋਰੇਜ। ਹੁਣ ਤੁਸੀਂ ਦੇਖਿਆ ਹੋਊਗਾ YouTube ਦੇ ਉੱਪਰ ਬਹੁਤ ਸਾਰੇ ਟੀਚਰ, ਠੀਕ ਹੈ, ਕੀ ਕਰਦੇ ਆ, ਕਹਿ ਦਿੰਦੇ ਆ ਮੈਮਰੀ ਤੇ ਸਟੋਰੇਜ ਇੱਕੋ ਗੱਲ ਹੁੰਦੀ ਹੈ। ਠੀਕ ਹੈ, ਚਾਹੇ ਮੈਮਰੀ ਕਹਿ ਦਿਓ ਚਾਹੇ ਸਟੋਰੇਜ ਕਹਿ ਦਿਓ। ਪਰ ਮੈਂ ਕਹਿੰਦਾ ਵੀ ਇਹ ਰੌਂਗ ਹੈ। ਮੈਂ ਰੌਂਗ ਤਾਂ ਕਹਿੰਦਾ, ਮੈਂ ਐਵੇਂ ਨਹੀਂ ਕਹਿੰਦਾ ਤੁਹਾਨੂੰ ਹਵਾ 'ਚ ਤੀਰ ਨਹੀਂ ਮਾਰ ਰਿਹਾ। ਤੁਹਾਡੇ ਸਾਹਮਣੇ ਇੱਕ ਕੁਐਸਚਨ ਲੈ ਕੇ ਆਉਣਾ ਹੈ ਜਿਹੜਾ ਕਿ ਪੰਜਾਬ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀਗਾ। ਤੇ ਜਿਹੜੇ ਬੰਦਿਆਂ ਨੇ ਪੜ੍ਹਾਇਆ ਜਾਂ ਜਿਨ੍ਹਾਂ ਨੇ ਉੱਥੋਂ ਪੜ੍ਹਿਆ, ਜਿਹੜੇ ਕਹਿ ਦਿੰਦੇ ਆ ਮੈਮਰੀ ਤੇ ਸਟੋਰੇਜ ਸੇਮ ਹੈ, ਉਹ ਕੁਐਸਚਨ ਦੇਖ ਕੇ ਕੀ ਹੈ ਚੱਕਰ ਆ ਗਏ ਹੋਣੇ ਉਹਨਾਂ ਨੂੰ। ਉਹ ਚੱਕਰ ਕਿਉਂ ਆਏ ਹੋਣੇ ਆ, ਕੁਐਸਚਨ ਆਇਆ ਕਹਿੰਦਾ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਮੈਮਰੀ ਐਂਡ ਸਟੋਰੇਜ। ਉਹ ਕਹਿੰਦੇ ਲੈ ਭਾਈ ਇਹ ਤਾਂ ਕੁਐਸਚਨ ਹੀ ਗਲਤ ਆ ਗਿਆ, ਮੈਮਰੀ ਸਟੋਰੇਜ ਇੱਕੋ ਗੱਲ ਹੀ ਹੁੰਦੀ ਹੈ। ਫਿਰ ਆਬਜੈਕਸ਼ਨਾਂ ਪਾਈ ਜਾਣਗੇ। ਉਹ ਭਾਈ ਕੰਪਿਊਟਰ ਦੇ ਵਿੱਚ ਮੈਮਰੀ ਤੇ ਸਟੋਰੇਜ 'ਚ ਥੋੜ੍ਹਾ ਜਿਹਾ ਫਰਕ ਹੈ, ਨਿੱਕਾ ਜਿਹਾ ਛੋਟਾ ਜਿਹਾ ਫਰਕ ਹੈ। ਉਹ ਫਰਕ ਕੀ ਹੈ, ਜਿਹੜੀ ਮੈਮਰੀ ਹੁੰਦੀ ਹੈ ਉਹ ਟੈਂਪਰੇਰੀ ਹੁੰਦੀ ਹੈ, ਤੇ ਜਿਹੜੀ ਸਟੋਰੇਜ ਹੁੰਦੀ ਹੈ ਉਹ ਪਰਮਾਨੈਂਟ ਹੁੰਦੀ ਹੈ।
ਠੀਕ ਹੈ, ਉਹ ਮੈਂ ਸਮਝਾਊਂਗਾ ਕਿਵੇਂ ਹੁੰਦੀ ਆ। ਪਹਿਲਾਂ ਆਪਾਂ ਦੇਖਦੇ ਹਾਂ ਮੈਮਰੀ ਤੇ ਸਟੋਰੇਜ ਦੇ ਵਿੱਚ ਫਰਕ ਕੀ ਹੈ। ਕਹਿੰਦਾ ਵੇਅਰ ਐਜ਼ ਮੈਮਰੀ ਰੈਫਰਸ ਟੂ ਦਾ ਲੋਕੇਸ਼ਨ ਆਫ ਸ਼ਾਰਟ ਟਰਮ ਡਾਟਾ। ਹੁਣ ਕੰਪਿਊਟਰ ਦੇ ਵਿੱਚ ਕੀ ਹੁੰਦਾ ਰਾਜੇ, ਸਾਰਾ ਸਿਸਟਮ ਤੁਹਾਨੂੰ ਮੈਂ ਇੱਕ ਵਾਰੀ ਸਮਝਾਉਣਾ ਹੈ। ਉਸ ਸਿਸਟਮ ਨੂੰ ਦਿਮਾਗ 'ਚ ਪਾ ਲਿਓ, ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ ਕਿ ਮੈਮਰੀ ਕੀ ਹੁੰਦੀ ਹੈ, ਸਟੋਰੇਜ ਕੀ ਹੁੰਦੀ ਹੈ। ਮੰਨ ਲਓ ਆਪਾਂ ਆ ਹੈਗੀ ਆਪਣੀ ਕੰਪਿਊਟਰ ਦੀ ਸਕਰੀਨ, ਠੀਕ ਹੈ ਜੀ। ਇਹ ਕੰਪਿਊਟਰ ਆਪਾਂ ਔਨ ਕਰ ਲਿਆ, ਹਜੇ ਆਪਾਂ ਕੁਝ ਨਹੀਂ ਖੋਲ੍ਹਿਆ। ਮੰਨ ਲਓ ਮੈਂ ਇੱਕ ਫੋਟੋ ਖੋਲ ਲਈ, ਮੈਂ ਮੰਨ ਲਓ ਕਿ ਕਿਸੇ ਡਰਾਈਵ ਦੇ ਵਿੱਚ ਮੇਰੀ ਫੋਟੋ ਪਈ ਸੀ, ਮੈਂ ਫੋਟੋ ਖੋਲ ਲਈ। ਜਦੋਂ ਮੈਂ ਫੋਟੋ ਖੋਲੀ ਰਾਜੇ, ਉਹ ਕਿੱਥੇ ਖੁੱਲੂਗੀ, ਮੇਨ ਮੈਮਰੀ 'ਚ ਖੁੱਲੂਗੀ, ਠੀਕ ਹੈ। ਉਹ ਜਿਹੜੀ ਫੋਟੋ ਮੈਂ ਕੋਈ ਵੀ ਖੋਲਦਾ ਜਾਂ ਕੋਈ ਮੈਂ ਸੌਂਗ ਚਲਾਉਣਾ ਹੈ ਜਾਂ ਮੈਂ ਕੋਈ ਟਾਈਪਿੰਗ ਕਰਨ ਲੱਗ ਜਾਂਦਾ, ਮਤਲਬ ਕਿ ਕਰੰਟਲੀ ਜਿਹੜਾ ਵੀ ਕੰਮ ਕਰੂੰਗਾ ਮੈਂ ਕਿੱਥੇ ਖੁੱਲੂਗਾ, ਮੇਨ ਮੈਮਰੀ ਦੇ ਵਿੱਚ। ਤੇ ਮੇਨ ਮੈਮਰੀ ਕਿਹੜੀ ਹੁੰਦੀ ਹੈ ਰਾਜੇ, ਰੈਮ ਹੁੰਦੀ ਹੈ। ਆਪਾਂ ਬਸ ਇਹ ਕਹਿ ਸਕਦੇ ਹਾਂ ਵੀ ਜਿਹੜਾ ਕਰੰਟਲੀ ਕੰਮ ਹੁੰਦਾ, ਸਾਰਾ ਕੰਮ ਕਿੱਥੇ ਹੁੰਦਾ, ਰੈਮ ਦੇ ਵਿੱਚ ਹੁੰਦਾ, ਠੀਕ ਹੈ। ਤੇ ਸਟੋਰੇਜ ਦਾ ਹੁਣ ਮਤਲਬ ਕੀ ਹੈ, ਸਟੋਰੇਜ ਹੁੰਦਾ ਹੈ ਮੰਨ ਲਓ ਕਿ ਆਪਾਂ ਜਿਹੜਾ ਡਾਟਾ ਕੀ ਲੌਂਗ ਟਰਮ ਸੇਵ ਰੱਖਣਾ ਹੈ, ਜਿਹਨੂੰ ਆਪਾਂ ਬਾਅਦ ਚ ਦੇਖ ਸਕੀਏ, ਇਨ ਫਿਊਚਰ ਯੂਜ਼ ਕਰ ਸਕੀਏ। ਹੁਣ ਜਿਵੇਂ ਤੁਸੀਂ ਮੋਬਾਈਲ ਲੈਣ ਜਾਂਦੇ ਹੋਵੋਗੇ, ਤੁਸੀਂ ਕਹਿ ਦਿੰਦੇ ਆ ਕਿੰਨੀ ਮੈਮਰੀ ਹੈ, ਤਾਂ ਉਹ ਅੱਜ ਕੱਲ੍ਹ ਦੁਕਾਨਦਾਰਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ, ਉਹ ਵੀ ਕਹਿ ਦਿੰਦੇ ਆ 32 GB ਹੈ। ਤਾਂ 32 GB ਮੈਮਰੀ ਤਾਂ ਅੱਜ ਤੱਕ ਬਣੀ ਨਹੀਂ ਗਈ। ਮੈਮਰੀ ਹੁੰਦੀ ਹੈ ਰੈਮ, ਠੀਕ ਹੈ। ਮੰਨ ਲਓ ਜਿਵੇਂ 4 GB ਰੈਮ ਆਇਆ ਹੁਣ ਤੱਕ ਮੈਕਸੀਮਮ, ਠੀਕ ਹੈ, 2 GB 4 GB ਕੰਪਿਊਟਰ ਦੇ ਵਿੱਚ, ਠੀਕ ਹੈ। ਤਾਂ ਇਹ ਹੋ ਗਈ ਮੇਨ ਮੈਮਰੀ। ਅਗਰ ਆਪਾਂ ਕਰੀਏ ਗੱਲ 16 GB 32 GB 128 GB, ਉਹ ਹੋ ਗਈ ਸਟੋਰੇਜ, ਮਤਲਬ ਜਿਹਦੇ ਵਿੱਚ ਕੀ ਆ, ਆਪਾਂ ਪਰਮਾਨੈਂਟ ਕੋਈ ਚੀਜ਼ ਸਟੋਰ ਕਰਕੇ ਰੱਖ ਸਕਦੇ ਹਾਂ, ਠੀਕ ਹੈ। ਤਾਂ ਜਿਵੇਂ ਹੁਣ ਮੰਨ ਲਓ ਤੁਸੀਂ CD 'ਤੇ ਕੋਈ ਚੀਜ਼ ਪਾ ਕੇ ਰੱਖਤੀ, ਹਾਰਡ ਡਿਸਕ 'ਚ ਕੋਈ ਫੋਲਡਰ ਬਣਾ ਕੇ ਰੱਖਤਾ, ਕੋਈ ਪਿਕਚਰ ਦਾ ਤੁਸੀਂ ਅੱਜ ਪਾਈਆਂ 10 ਸਾਲ ਤੱਕ ਪਈਆਂ ਰਹਿਣਗੀਆਂ, ਠੀਕ ਹੈ। ਮੰਨ ਲਓ ਕੋਈ ਵਾਇਰਸ ਵਗੈਰਾ ਨਹੀਂ ਹੁੰਦਾ, ਕਰਪਟ ਨਹੀਂ ਹੁੰਦੀਆਂ, ਤਾਂ ਪਈਆਂ ਰਹਿਣਗੀਆਂ ਸੇਫ। ਤਾਂ ਉਹ ਹੋ ਗਈ ਤਾਂ ਭਾਈ ਤੁਹਾਡੀ ਸਟੋਰੇਜ ਹੋ ਗਈ। ਤਾਂ ਗੱਲ ਇਹ ਆ ਕਿ ਜਿਹੜੀ ਮੈਮਰੀ ਹੁੰਦੀ ਹੈ, ਮੈਮਰੀ ਦੇ ਵਿੱਚ ਡਾਟਾ ਕੁਝ ਦੇਰ ਵਾਸਤੇ ਰਹਿੰਦਾ, ਸਟੋਰੇਜ ਦੇ ਵਿੱਚ ਕੀ ਆ, ਪਰਮਾਨੈਂਟ ਰਹਿੰਦਾ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਅਗਲਾ ਪੁਆਇੰਟ ਕੀ ਕਹਿੰਦਾ। ਕਹਿੰਦਾ ਸਟੋਰੇਜ ਇਜ਼ ਏ ਕੰਪੋਨੈਂਟ ਵਿਦਿਨ ਯੂਅਰ ਕੰਪਿਊਟਰ that allows you to store and access data on long term basis। ਤਾਂ ਸਟੋਰੇਜ ਬੇਸਿਕਲੀ ਆਪਣੀ ਹੈਲਪ ਵਾਸਤੇ ਹੁੰਦੀ ਹੈ, ਤਾਂ ਜੋ ਯੂਜ਼ਰ ਆਪਣਾ ਡਾਟਾ ਸੰਭਾਲ ਕੇ ਰੱਖ ਸਕੇ ਲੌਂਗ ਟਰਮ। ਤੇ ਮੈਮਰੀ ਕੀ ਆ, ਸ਼ਾਰਟ ਟਰਮ ਵਾਸਤੇ ਡਾਟਾ ਸਟੋਰ ਕਰਦੀ ਹੈ, ਠੀਕ ਹੈ। ਤੇ ਜਿਹੜੀ ਸਟੋਰੇਜ ਹੁੰਦੀ ਹੈ ਰਾਜੇ, ਉਹ ਕਹਿੰਦਾ ਕਿਹਦੀ ਫਾਰਮ 'ਚ ਆਉਂਦੀ ਹੈ, ਸੋਲਿਡ ਸਟੇਟ ਡਰਾਈਵ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਾਰਡ ਡਿਸਕ, ਠੀਕ ਹੈ। ਤੇ ਜਿਹੜੀ ਮੇਨ ਮੈਮਰੀ ਹੁੰਦੀ ਉਹ ਸੈਮੀ ਕੰਡਕਟਰ ਹੁੰਦੀ, ਜਿਵੇਂ ਰੈਮ ਵਗੈਰਾ। ਤਾਂ ਇੰਨਾ ਜ਼ਿਆਦਾ ਡੀਪਲੀ ਜਾਣ ਦੀ ਚੱਕਰ ਨਹੀਂ, ਬਸ ਇੰਨਾ ਯਾਦ ਰੱਖਣਾ ਮੈਮਰੀ ਟੈਂਪਰੇਰੀ ਤੇ ਸਟੋਰੇਜ ਕੀ ਹੁੰਦੀ ਹੈ, ਪਰਮਾਨੈਂਟ। ਤੇ ਆ ਤੁਹਾਡੇ ਸਾਹਮਣੇ। ਅੱਛਾ, ਦੂਜੀ ਗੱਲ ਇਹ ਮੈਮਰੀ ਹੁੰਦੀ ਹੈ ਛੋਟੀ ਤੇ ਸਟੋਰੇਜ ਹੋ ਸਕਦੀ ਹੈ ਵੱਡੀ, ਠੀਕ ਹੈ। ਇਨ ਸਾਈਜ਼ ਦੀ ਗੱਲ ਕਰੀਏ ਤਾਂ ਆਪਾਂ ਤਾਂ ਪੜ੍ਹ ਲੈਂਦੇ। ਕਹਿੰਦਾ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਮੈਮਰੀ ਐਂਡ ਸਟੋਰੇਜ। ਕਹਿੰਦਾ ਮੈਮਰੀ ਇਜ਼ ਸਲੋ ਤੇ ਸਟੋਰੇਜ ਇਜ਼ ਫਾਸਟ। ਓਪੋਜ਼ਿਟ ਹੁੰਦਾ ਰਾਜੇ, ਮੈਮਰੀ ਜਿਹੜੀ ਛੋਟੀ ਹੁੰਦੀ ਹੈ ਉਹ ਫਾਸਟ ਹੁੰਦੀ ਹੈ, ਸਟੋਰੇਜ ਸਲੋ ਹੁੰਦੀ ਹੈ। ਤਾਂ ਪਹਿਲਾ ਵੀ ਗਲਤ ਹੋ ਗਿਆ। ਦੂਜਾ ਕਹਿੰਦਾ ਮੈਮਰੀ ਇਜ਼ ਟੈਂਪਰੇਰੀ ਤੇ ਸਟੋਰੇਜ ਇਜ਼ ਪਰਮਾਨੈਂਟ। ਇਹੀ ਰਾਈਟ ਆਨਸਰ ਹੈ ਤੁਹਾਡਾ, ਠੀਕ ਹੈ ਜੀ। ਤਾਂ ਦਿਮਾਗ 'ਚ ਰੱਖਣਾ, ਕਦੇ ਵੀ ਇਹ ਨਹੀਂ ਕਹਿਣਾ, ਜੇ ਕੋਈ ਕਹੂਗਾ ਨਾ ਤੁਹਾਨੂੰ, ਉਹਨੂੰ ਕੁਐਸਚਨ ਕਰੋ ਭਾਈ ਕਿਵੇਂ ਸੇਮ ਹੋ ਗਈ ਮੈਮਰੀ ਤੇ ਸਟੋਰੇਜ, ਤਾਂ ਚੀਜ਼ਾਂ ਕਲੀਅਰ ਕਰਿਆ ਕਰੋ। ਹੁਣ ਆਪਾਂ ਕਲੀਅਰ ਕਰਨੀਆਂ ਨੇ ਇਕੱਲੇ ਇਕੱਲੇ ਡਾਊਟ, ਕੋਈ ਵੀ ਡਾਊਟ ਨਹੀਂ ਰੱਖਣਾ ਮਨ ਦੇ ਵਿੱਚ। ਹੁਣ ਕੁਐਸਚਨ ਕੀ ਪੁੱਛਿਆ ਜਾਂਦਾ, ਕਹਿੰਦਾ ਇਹ ਪਲੇਸ ਇਨ ਵਿਚ ਦਾ ਕੰਪਿਊਟਰ ਸਿਸਟਮ ਵੇਅਰ ਡਾਟਾ ਪ੍ਰੋਗਰਾਮ ਆਰ ਟੈਂਪਰੇਰੀਲੀ ਸਟੋਰਡ। ਜਿੱਥੇ ਡਾਟਾ ਕੁਝ ਦੇਰ ਵਾਸਤੇ ਸਟੋਰ ਹੁੰਦਾ, ਟੈਂਪਰੇਰੀ ਹੁੰਦਾ, ਤਾਂ ਰਾਜੇ ਹੁੰਦੀ ਹੈ ਮੈਮਰੀ, ਉਹ ਸਟੋਰੇਜ ਨਹੀਂ ਹੁੰਦੀਗੀ। ਜਿੱਥੇ ਟੈਂਪਰੇਰੀ ਵਰਡ ਆ ਗਿਆ ਤਾਂ ਆਟੋਮੈਟਿਕਲੀ ਉਹਦਾ ਮੀਨਿੰਗ ਕੀ ਹੈ, ਮੈਮਰੀ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਕੰਪਿਊਟਰ ਦੇ ਵਿੱਚ ਮੈਮਰੀ ਹੁੰਦੀ ਹੈ ਉਹਦੇ ਯੂਨਿਟ। ਹੁਣ ਮੈਂ ਯੂਨਿਟ ਇਹਦੇ ਬਾਰੇ ਮੈਂ ਬਹੁਤ ਵਾਰ ਕਰਾ ਚੁੱਕਿਆ ਚੈਨਲ ਤੇ। ਕੱਲ ਜੇਲ੍ਹ ਅਸਿਸਟੈਂਟ ਸੁਪਰਡੈਂਟ ਦਾ ਐਗਜ਼ਾਮ ਹੋਇਆ, ਤਾਂ ਸਾਰਾ ਆਪਣੇ ਚੈਨਲ ਤੋਂ ਆਇਆ, ਸਿਰਫ 2 ਕੁਐਸਚਨ ਨੂੰ ਛੱਡ ਕੇ। ਉਹ ਜਿਹੜੇ 2 ਕੁਐਸਚਨ ਵੀ ਤਾਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀਗਾ, ਮੈਂ ਉਹ ਕੰਪਲੀਟ ਨਹੀਂ ਕਰਾ ਸਕਿਆ ਟੌਪਿਕ। ਉਹਦੇ ਵਿੱਚ ਮੈਂ ਆਹ ਕਰਵਾਇਆ ਹੋਇਆ ਸੀ, ਇਹ ਤੋਂ ਕੁਐਸਚਨ ਪੁੱਛਿਆ ਗਿਆ ਸੀ। ਉਹਦੇ ਵਿੱਚ ਕੀ ਆਇਆ ਸੀ ਕਿ ਇਹਨੂੰ ਮਤਲਬ ਕਿ ਕਿਸੇ ਆਰਡਰ ਦੇ ਵਿੱਚ ਲਗਾਉਣਾ ਸੀ, ਸਮੋਲੈਸਟ ਟੂ ਹਾਈਐਸਟ। ਪਹਿਲਾਂ ਆਪਾਂ ਗੱਲ ਕਰਦੇ ਸਮਝ ਲੈਂਦੇ ਹਾਂ ਕੰਪਿਊਟਰ ਦੇ ਵਿੱਚ ਕੀ ਹੈ ਰਾਜੇ। ਜਿਹੜਾ ਕੰਪਿਊਟਰ ਹੈਗਾ ਉਹ ਬਿੱਟ ਦੇ ਉੱਪਰ ਕੰਮ ਕਰਦਾ, ਬਾਈਨਰੀ ਲੈਂਗੁਏਜ ਦੇ ਵਿੱਚ। ਬਾਈਨਰੀ ਲੈਂਗੁਏਜ ਦੇ ਵਿੱਚ 2 ਬਿੱਟ ਹੁੰਦੀਆਂ ਨੇ, 0 ਤੇ 1। ਹੁਣ 0 ਦਾ ਮਤਲਬ ਕੀ ਹੁੰਦਾ, ਆਫ ਹੁੰਦਾ, ਤੇ 1 ਦਾ ਮਤਲਬ ਕੀ ਹੁੰਦਾ, ਔਨ। ਹੁਣ ਤੁਹਾਡੇ ਘਰਾਂ ਦੇ ਵਿੱਚ ਕੋਈ ਪੱਖਾ ਹੈ, ਮੰਨ ਲਓ ਪੱਖਾ ਬੰਦ ਪਿਆ ਤਾਂ ਉਹਦੀ ਵੈਲਿਊ 0 ਹੈ, ਪੱਖਾ ਚੱਲ ਰਿਹਾ ਤਾਂ ਉਹਦਾ ਮਤਲਬ 1 ਹੈ। ਬਸ ਦਿਮਾਗ 'ਚ ਬਿਠਾ ਲਓ, ਇਹ ਵੀ ਸਿੰਗਲ ਬਿੱਟ ਹੈ, ਇਹ ਵੀ ਸਿੰਗਲ ਬਿੱਟ ਹੈ। ਤਾਂ ਮੈਮਰੀ ਦਾ ਸਭ ਤੋਂ ਸਮੋਲੈਸਟ ਯੂਨਿਟ ਕਿਹੜਾ ਕੰਪਿਊਟਰ ਦੇ ਵਿੱਚ ਰਾਜੇ, ਬਿੱਟ। ਯਾਦ ਰੱਖਿਓ, ਬਹੁਤ ਵਾਰ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਸਮੋਲੈਸਟ ਯੂਨਿਟ ਆਫ ਦਾ ਮੈਮਰੀ ਬਿੱਟ ਨੂੰ ਕਹਿੰਦੇ ਆ, ਠੀਕ ਹੈ। ਇਸ ਤੋਂ ਬਾਅਦ ਕੀ ਹੈ, ਇਹਨਾਂ ਦੇ ਕੰਬੀਨੇਸ਼ਨ ਬਣਨੇ ਸ਼ੁਰੂ ਹੋ ਜਾਂਦੇ ਆ। ਹੁਣ ਮੰਨ ਲਓ ਕੰਪਿਊਟਰ ਦੇ ਵਿੱਚ ਮੈਂ ਕੋਈ ਨੰਬਰ ਐਂਟਰ ਕਰਦਾ 20, ਤਾਂ ਕੰਪਿਊਟਰ ਨੂੰ ਮੈਥ ਥੋੜੀ ਆਉਂਦਾ,
ਕੰਪਿਊਟਰ ਨੂੰ ਸਿਰਫ ਬਾਈਨਰੀ ਆਉਂਦੀ, ਉਹ ਇਹਨੂੰ ਕਨਵਰਟ ਕਰ ਦਿੰਦਾ ਇਦਾਂ ਦੀ ਫਾਰਮ ਦੇ ਵਿੱਚ 0101 ਦੀ ਫਾਰਮ ਦੇ ਵਿੱਚ। ਠੀਕ ਆ, ਬੈਕਐਂਡ ਤੇ ਕੰਮ ਹੁੰਦਾ ਸਾਰਾ। ਤੇ ਹੁਣ ਕੀ ਹੁੰਦਾ ਵੀ ਬਿਟ ਦੇ ਕੰਬੀਨੇਸ਼ਨ ਬਣਨੇ ਸ਼ੁਰੂ ਹੋ ਗਏ। ਤਾਂ ਜਦੋਂ ਭਾਈ 4 ਬਿਟ ਮਿਲ ਗਈਆਂ ਤਾਂ ਉਹਨੂੰ ਕਹਿ ਦਿੰਦੇ ਆ ਨਿਬਲ। ਇੱਥੇ ਮੈਂ ਲਿਖਣਾ ਭੁੱਲ ਗਿਆ, ਲਿਖ ਲਿਓ, ਨੋਟ ਕਰ ਲਿਓ ਕਾਪੀ ਤੇ। ਨਿਬਲ ਦਾ ਮਤਲਬ ਕੀ ਹੁੰਦਾ, 4 ਬਿਟ ਇਕੱਠੀਆਂ। ਮੰਨ ਲਓ ਬਿਟ ਕੁਛ ਵੀ ਹੋ ਸਕਦੀਆਂ ਨੇ, 1 0 1 1 1 1 1 1 ਕੁਛ ਵੀ ਹੋ ਸਕਦੀਆਂ ਨੇ, 0 0 0 ਕੁਛ ਵੀ ਹੋ ਸਕਦੀਆਂ ਨੇ। ਮਤਲਬ ਕਿ 4 ਬਿਟ ਦਾ ਕੰਬੀਨੇਸ਼ਨ ਕੀ ਹੁੰਦਾ, 1 ਨਿਬਲ। ਤੇ ਹੁਣ ਆਪਾਂ ਗੱਲ ਗਾਂ ਕਰਦੇ ਹਾਂ, ਜੇ 8 ਬਿਟ ਨੂੰ ਮਿਲਾ ਦਈਏ ਤਾਂ ਕੀ ਬਣ ਜਾਂਦਾ, 1 ਬਾਈਟ। ਹੁਣ ਮੰਨ ਲਓ 1 2 3 4 5 6 7 8, ਤਾਂ ਇਹ ਕੀ ਇੱਕ ਬਾਈਟ ਹੈ। ਠੀਕ ਹੈ, ਤਾਂ 8 ਬਿਟ ਨੂੰ ਮਿਲਾ ਕੇ ਇੱਕ ਬਾਈਟ ਬਣ ਜਾਂਦਾ ਹੈ। ਹੁਣ ਕਿਲੋ ਬਾਈਟ ਦੀ ਗੱਲ ਕਰਦੇ ਹਾਂ ਆਪਾਂ। ਅਗਰ ਆਪਾਂ ਡੇਲੀ ਲਾਈਫ 'ਚ ਗੱਲ ਕਰੀਏ ਤਾਂ 1 ਕਿਲੋ ਦੇ ਵਿੱਚ ਕਿੰਨੇ ਗ੍ਰਾਮ ਹੁੰਦੇ ਆ, 1000 ਗ੍ਰਾਮ ਹੁੰਦੇ ਆ। ਪਰ ਕੰਪਿਊਟਰ ਦੇ ਵਿੱਚ ਥੋੜਾ ਜਿਹਾ ਫਰਕ ਹੈ ਰਾਜੇ। ਥੋੜਾ ਜਿਹਾ ਫਰਕ ਕੀ ਹੈ, 1000 ਦੀ ਜਗ੍ਹਾ ਤੇ 1024 ਹੁੰਦਾ ਹੈ। ਬਸ ਇੰਨਾ ਯਾਦ ਰੱਖਣਾ, 1000 ਦੀ ਜਗ੍ਹਾ ਤੇ 1024 ਹੁੰਦਾ ਹੈ। ਹੁਣ ਦੇਖੋ ਕਿਲੋ ਬਾਈਟ ਦਾ ਮਤਲਬ ਕੀ ਹੋ ਗਿਆ ਕਿ 1 ਕਿਲੋ ਬਾਈਟ, ਜਿਹਨੂੰ KB ਕਹਿ ਦਿੰਦੇ ਆ ਸ਼ਾਰਟ ਫਾਰਮ ਦੇ ਵਿੱਚ, 1 ਕਿਲੋ ਬਾਈਟ ਦੇ ਵਿੱਚ ਕਿੰਨੀਆਂ ਬਿਟ ਹੋਣਗੀਆਂ, 1024 ਬਾਈਟਸ ਹੋਣਗੀਆਂ। ਠੀਕ ਹੈ, ਬਿਟ ਨਹੀਂ ਬਾਈਟਸ। ਠੀਕ ਹੈ, ਤਾਂ 1 ਕਿਲੋ ਬਾਈਟ ਦੇ ਵਿੱਚ 1024 ਬਾਈਟਸ ਹੋਣਗੀਆਂ। ਆ ਪਿਆ ਤੁਹਾਡਾ। ਤੇ ਅੱਗੇ ਕਿਲੋ ਤੋਂ ਬਾਅਦ ਆ ਜਾਂਦਾ ਅਗਲਾ ਜਿਹੜਾ ਹਾਇਰ ਮਤਲਬ ਕਿ ਯੂਨਿਟ ਆਉਂਦਾ, ਉਹ ਹੈਗਾ ਮੈਗਾਬਾਈਟ। ਮੈਗਾਬਾਈਟ ਦੇ ਵਿੱਚ ਕੀ ਹੋਣਗੇ, 1024 ਕਿਲੋਬਾਈਟ ਹੋਣਗੀਆਂ। ਫਿਰ ਗੀਗਾਬਾਈਟ ਆ ਜਾਂਦਾ, ਉਹ 'ਚ ਵੀ 1024 ਕੀ ਹੋਣਗੀਆਂ, ਮੈਗਾਬਾਈਟ। ਫਿਰ ਟੈਰਾਬਾਈਟ, ਫਿਰ ਪੀਟਾਬਾਈਟ। ਮਤਲਬ ਇੰਨਾ ਲੌਂਗ ਜਾਣ ਦੀ ਜ਼ਰੂਰਤ ਨਹੀਂ ਹੈ, ਬਸ ਟੈਰਾਬਾਈਟ ਤੱਕ ਯਾਦ ਰੱਖ ਲਿਓ। ਇਹ ਸਾਰੇ ਹੁੰਦੇ ਤੁਹਾਡੇ ਮੈਮਰੀ ਦੇ ਯੂਨਿਟ ਹੁੰਦੇ ਆ। ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਊਗਾ। ਫਿਰ ਵੀ ਜੇ ਕਿਸੇ ਦਾ ਡਾਊਟ ਹੋਇਆ ਰਾਜੇ, ਤੁਸੀਂ ਮੈਸੇਜ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਸੇਜ ਕਰ ਦਿਓ। ਆਹ ਕੁਐਸਚਨ ਪੁੱਛਿਆ ਜਾਂਦਾ ਵਾਰ-ਵਾਰ ਪੰਜਾਬ ਦੇ ਪੇਪਰਾਂ ਦੇ ਵਿੱਚ, ਤੇ ਤੁਹਾਡੇ PSSB ਦਾ ਫੇਵਰੇਟ ਕੁਐਸਚਨ ਹੈ ਇਹ ਵਾਰ-ਵਾਰ ਪੁੱਛਿਆ ਹੀ ਜਾਂਦਾ ਹੈ। ਕਹਿੰਦਾ ਸਮੋਲੈਸਟ ਯੂਨਿਟ ਆਫ ਦਾ ਸਟੋਰੇਜ। ਤਾਂ ਬੱਗ ਹੋ ਗਿਆ, ਬੱਗ ਤਾਂ ਐਰਰ ਹੁੰਦੀ ਹੈ, ਖੜ ਦੋ ਇਹਨੂੰ। ਬਾਈਟ ਹੋ ਗਿਆ 8 ਬਿਟ ਦਾ, ਨਿਬਲ ਹੋ ਗਿਆ 4 ਦਾ, ਤੇ ਸਭ ਤੋਂ ਛੋਟਾ ਕਿਹੜਾ ਹੁੰਦਾ, ਬਿਟ ਹੁੰਦਾ ਹੈ। ਬਿਟ ਹੁੰਦੀ 0 ਜਾਂ 1। ਤਾਂ ਸਮੋਲੈਸਟ ਪੁੱਛਿਆ ਰਾਜੇ, ਤਾਂ ਸਮੋਲੈਸਟ ਕੀ ਹੋ ਜਾਊਗਾ, ਬਿਟ ਹੋ ਜਾਊਗਾ। ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ। ਹੁਣ ਨੈਕਸਟ ਕਈ ਵਾਰ ਪੁੱਛ ਲੈਂਦਾ, ਕਹਿੰਦਾ ਵੀ ਇਹ ਗੀਗਾਬਾਈਟ। ਤਾਂ ਗੀਗਾਬਾਈਟ ਦਾ ਮਤਲਬ ਕੀ ਹੈ, 1 GB। ਤਾਂ GB ਕਿਹਦੇ ਕੋਲ ਹੁੰਦਾ, 1024 MB ਦੇ। ਤਾਂ ਤੁਹਾਨੂੰ ਮੈਂ ਉਹ ਟੇਬਲ ਕਰਵਾਇਆ ਹੁਣੀ। ਠੀਕ ਹੈ, ਪਹਿਲਾਂ ਬਿਟ ਹੁੰਦਾ, ਫਿਰ ਬਾਈਟ ਹੁੰਦਾ, ਫਿਰ ਕਿਲੋਬਾਈਟ, ਫਿਰ ਗੀਗਾਬਾਈਟ, ਫਿਰ ਠੀਕ ਹੈ, ਫਿਰ ਮੈਗਾਬਾਈਟ, ਫਿਰ ਗੀਗਾਬਾਈਟ, ਫਿਰ ਟੈਰਾਬਾਈਟ। ਮਤਲਬ ਇੱਦਾਂ ਦਾ ਗਾਂ ਦੀ ਗਾਂ ਵੱਧਦੇ ਰਹਿੰਦੇ ਆ। ਤਾਂ ਇੱਥੇ ਕੀ ਹੈ, 1024 ਮੈਗਾਬਾਈਟਸ ਕੀ ਆ ਜਾਊਗਾ, ਰਾਈਟ ਆਨਸਰ ਆ ਜਾਊਗਾ। ਨੈਕਸਟ ਦੇਖਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਕੰਪਿਊਟਰ ਦੀ ਮੇਨ ਮੈਮਰੀ ਹੁੰਦੀ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਉਹਨੂੰ ਕਹਿੰਦੇ ਕੀ ਹੈ। ਤਾਂ ਰਾਜੇ ਉਹਨੂੰ 3 ਤਰੀਕੇ ਨਾਲ ਕਹਿ ਸਕਦੇ ਆ। ਉਹਨੂੰ ਪ੍ਰਾਇਮਰੀ ਮੈਮਰੀ ਵੀ ਕਹਿ ਦਿੰਦੇ ਆ, ਮੇਨ ਮੈਮਰੀ ਵੀ ਕਹਿ ਦਿੰਦੇ ਆ, ਇੰਟਰਨਲ ਮੈਮਰੀ ਵੀ ਕਹਿ ਦਿੰਦੇ ਆ। ਤਾਂ ਪੇਪਰ ਦੇ ਵਿੱਚ ਕੁਛ ਵੀ ਪੁੱਛ ਲਵੇ, ਦਿਮਾਗ ਖੋਲ ਕੇ ਯਾਦ ਰੱਖਣਾ ਹੈ। ਹੁਣ ਮੇਨ ਮੈਮਰੀ ਕਿਹੜੀ ਹੁੰਦੀ ਹੈ, ਜਿੱਥੇ ਕਰੰਟਲੀ ਕੰਮ ਹੁੰਦਾ ਸਾਰਾ। ਤੇ ਮੇਨ ਮੈਮਰੀ ਦੇ ਵਿੱਚ 2 ਭਾਗ ਆਉਂਦੇ ਆ ਰਾਜੇ, ਰੈਮ ਤੇ ਰੋਮ। ਹੁਣ ਰੈਮ ਤੇ ਰੋਮ 2 ਭਾਗ ਤਾਂ ਆ ਗਏ। ਸਭ ਤੋਂ ਪਹਿਲਾਂ ਇਹਨਾਂ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ। ਜਿਹੜਾ ਰੈਮ ਹੁੰਦਾ ਉਹ ਹੁੰਦਾ ਰੈਂਡਮ ਅਸੈਸ ਮੈਮਰੀ। ਹੁਣ ਰੈਂਡਮ ਅਸੈਸ ਦਾ ਮਤਲਬ ਕੀ ਹੁੰਦਾ, ਇਹ ਮੈਂ ਅੱਗੇ ਜਾ ਕੇ ਚਲੋ ਕਰਵਾ ਦਿੰਦਾ। ਫਿਲਹਾਲ ਤੁਹਾਨੂੰ ਮੈਂ ਦੱਸ ਦਿੰਦਾ ਰੈਂਡਮ ਅਸੈਸ ਕੀ ਹੁੰਦਾ। ਮੰਨ ਲਓ ਇੱਕ ਟੀਚਰ ਕਲਾਸ ਦੇ ਵਿੱਚ ਆਉਂਦਾ, ਉਹ ਕੀ ਕਰਦਾ, ਜਿਵੇਂ ਅਟੈਂਡੈਂਸ ਲਗਾਉਂਦਾ ਨਾ, ਰੋਲ ਨੰਬਰ 1, ਫਿਰ 2, ਫਿਰ 3, ਫਿਰ 4। ਇਹ ਕੀ ਹੋ ਗਿਆ, ਸਿਕੁਐਂਸ਼ਲ ਹੋ ਗਿਆ। ਮਤਲਬ ਕਿ ਲਾਈਨ ਬਾਈ ਲਾਈਨ ਲਗਾ ਰਿਹਾ, ਸੀਰੀਜ਼ ਬਾਈ ਸੀਰੀਜ਼ ਲਗਾ ਰਿਹਾ। ਤੇ ਰੈਂਡਮ ਹੁੰਦਾ, ਮੰਨ ਲਓ ਹੁਣ ਮੈਂ ਇੱਥੇ ਮੰਨ ਲਓ ਇੱਕ ਬੱਚਾ ਬਿਠਾਤਾ ਰੋਲ ਨੰਬਰ 1, ਫਿਰ ਬਿਠਾਤਾ ਰੋਲ ਨੰਬਰ 60, ਫਿਰ ਬਿਠਾਤਾ ਰੋਲ ਨੰਬਰ 3, ਫਿਰ ਰੋਲ ਨੰਬਰ 5 ਬਿਠਾਤਾ। ਮਤਲਬ ਕਿ ਮੈਂ ਰੈਂਡਮਲੀ ਕੋਈ ਵੀ ਸਿਲੈਕਟ ਕਰ ਰਿਹਾ, ਮੈਂ ਕਿਸੇ ਨੂੰ ਵੀ ਕਿਤੋਂ ਵੀ ਚੱਕ ਕੇ ਬਿਠਾ ਸਕਦਾ। ਠੀਕ ਹੈ, ਇਹਨੂੰ ਕਹਿ ਦਿੰਦੇ ਆ ਰੈਂਡਮ। ਤੁਸੀਂ ਹੁਣ ਇਹਦੀ ਬੈਸਟ ਐਗਜ਼ਾਮਪਲ ਕੀ ਆ, ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਟੇਪ ਰਿਕਾਰਡ ਦੇਖਿਆ ਹੋਣਗੇ, ਰੀਲਾਂ। ਜੇ ਨਹੀਂ ਦੇਖੀਆਂ ਤਾਂ ਭਾਈ ਉਹਦੇ ਵਿੱਚ ਕੀ ਹੁੰਦਾ ਸੀਗਾ, ਉਹਦੇ A ਤੇ B ਸਾਈਡ ਹੁੰਦੀ ਸੀ, ਗਾਣੇ ਹੁੰਦੇ ਸੀਗੇ। ਮੰਨ ਲਓ ਉਹਦੇ ਵਿੱਚ 5 ਗਾਣੇ ਨੇ, 3 4 5। ਮੈਂ ਮੰਨ ਲਓ 4 ਨੰਬਰ ਸੌਂਗ ਸੁਣਨਾ, ਤਾਂ ਮੈਨੂੰ 1 2 ਤੇ 3 ਇਹ ਤਿੰਨੇ ਕੀ ਕਰਨੇ, ਸੌਂਗ ਕੀ ਕਰਨੇ ਪੈਂਦੇ ਸੀਗੇ, ਫਾਰਵਰਡ ਕਰਨੇ ਪੈਂਦੇ ਸੀਗੇ। ਪਰ ਅੱਜ ਕੱਲ੍ਹ ਕੀ ਹੈ, ਤੁਸੀਂ USB ਦੇ ਵਿੱਚ ਗਾਣੇ ਸੁਣਦੇ ਹੋਵੋਗੇ, ਤੁਸੀਂ ਡਾਇਰੈਕਟ ਟਰੈਕ ਨੰਬਰ ਪਾ ਦਿਓ, ਡਾਇਰੈਕਟ ਤੁਸੀਂ ਜਾ ਕੇ ਉੱਥੇ ਕੀ ਕਰ ਸਕਦੇ ਹੋ, ਉਹਨੂੰ ਅਸੈਸ ਕਰ ਸਕਦੇ ਹੋ। ਠੀਕ ਹੈ, ਉਹ ਹੁੰਦਾ ਰੈਂਡਮ ਅਸੈਸ। ਤੇ ਹੁਣ ਗੱਲ ਕਰਦੇ ਆ ਜਿਹੜੀ ਰੈਮ ਹੁੰਦੀ ਹੈ ਰਾਜੇ, ਇਹ ਹੁੰਦੀ ਆ ਵੋਲੇਟਾਈਲ ਇਨ ਨੇਚਰ। ਹੁਣ ਬਹੁਤ ਵਾਰ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਵੋਲੇਟਾਈਲ ਕੀ ਚੀਜ਼ ਹੈ ਰਾਜੇ, ਜਿਹਨੂੰ ਕਹਿ ਦਿੰਦੇ ਆ ਟੈਂਪਰੇਰੀ। ਵੋਲੇਟਾਈਲ ਹੁੰਦਾ ਕੰਪਿਊਟਰ ਦੀ ਭਾਸ਼ਾ ਦੇ ਵਿੱਚ। ਹੁਣ ਮੰਨ ਲਓ ਮੈਂ ਕੰਮ ਕਰ ਰਿਹਾ ਸੀ, ਮੈਂ ਮੰਨ ਲਓ ਦੇਖੋ ਆਹ ਤੁਹਾਡੇ ਸਾਹਮਣੇ ਟਾਈਪਿੰਗ ਕਰ ਰਿਹਾ ਸੀ MS ਵਰਡ ਦੇ ਵਿੱਚ। ਮੈਂ ਇਹ ਡਾਕੂਮੈਂਟ ਨੂੰ ਸੇਵ ਨਹੀਂ ਕੀਤਾ ਤੇ ਮੈਂ ਕੰਪਿਊਟਰ ਨੂੰ ਬੰਦ ਕਰਤਾ, ਜਾਂ ਮੇਰਾ ਕੰਪਿਊਟਰ ਆਟੋਮੈਟਿਕਲੀ ਬੰਦ ਹੋ ਗਿਆ, ਲਾਈਟ ਚਲੀ ਗਈ, ਇਹ ਡਾਟਾ ਸਾਰਾ ਕੀ ਹੋ ਜਾਊਗਾ, ਡਿਲੀਟ ਹੋ ਜਾਊਗਾ।
ਕਿਉਂਕਿ ਮੈਂ ਇਹਨੂੰ ਸੇਵ ਨਹੀਂ ਕੀਤਾ। ਤਾਂ ਇਹ ਇਸੇ ਨੂੰ ਕਹਿੰਦੇ ਰਾਜੇ ਵੋਲੇਟਾਈਲ, ਮਤਲਬ ਕਿ ਟੈਂਪਰੇਰੀ ਹੁੰਦਾ। ਜੇ ਆਪਾਂ ਨੂੰ ਸੇਵ ਨਹੀਂ ਕਰਾਂਗੇ ਤਦ ਤੱਕ ਰਹੂਗਾ ਜਦ ਤੱਕ ਇਹਨੂੰ ਕੀ ਮਿਲੂਗੀ, ਸਪਲਾਈ ਮਿਲੂਗੀ। ਜਦੋਂ ਸਪਲਾਈ ਇਹਨੂੰ ਮਿਲਣੀ ਬੰਦ ਹੋ ਗਈ, ਇਹ ਕੀ ਹੋ ਜਾਊਗਾ, ਡਿਲੀਟ ਹੋ ਜਾਊਗਾ। ਤਾਂ ਇਹ ਕੀ ਹੈ, ਟੈਂਪਰੇਰੀ ਹੁੰਦਾ, ਇਹਨੂੰ ਕਹਿੰਦੇ ਨੇ ਵੋਲੇਟਾਈਲ। ਠੀਕ ਹੈ ਜੀ, ਇਹ ਹੁੰਦਾ ਰੈਮ ਦੇ ਵਿੱਚ। ਨੈਕਸਟ ਹੁੰਦਾ ਰੋਮ। ਰੋਮ ਹੁੰਦਾ ਰੀਡ ਓਨਲੀ ਮੈਮਰੀ। ਜਿਹੜੀ ਰੀਡ ਓਨਲੀ ਮੈਮਰੀ ਹੁੰਦੀ ਹੈ ਰਾਜੇ, ਇਹ ਹੁੰਦੀ ਹੈ ਨੌਨ ਵੋਲੇਟਾਈਲ। ਬਸ ਨਾਮ ਤੋਂ ਕਲੀਅਰ ਹੈ, ਰੀਡ ਓਨਲੀ ਮਤਲਬ ਇਹਦੇ ਵਿੱਚ ਜਿਹੜਾ ਡਾਟਾ ਹੁੰਦਾ ਉਹ ਪਰਮਾਨੈਂਟ ਹੁੰਦਾ, ਆਪਾਂ ਸਿਰਫ ਉਹਨੂੰ ਪੜ੍ਹਦੇ ਰਹਿੰਦੇ ਹਾਂ। ਹੁਣ ਰੋਮ ਦਾ ਕੰਮ ਕੀ ਹੁੰਦਾ ਤੁਹਾਨੂੰ ਮੈਂ ਅੱਗੇ ਜਾ ਕੇ ਕਰਵਾਉਣਾ। ਤੁਸੀਂ ਕੰਪਿਊਟਰ ਸਟਾਰਟ ਕਰਦੇ ਹੋਵੋਗੇ, ਤੁਹਾਡੇ ਸਾਹਮਣੇ ਇੱਕ ਬਲੈਕ ਸਕਰੀਨ ਆਉਂਦੀ ਹੈ, ਕੱਲੀ ਕੱਲੀ ਲਾਈਨ ਚੱਲਦੀ ਹੈ। ਉਹ ਕੀ ਹੁੰਦਾ ਰਾਜੇ, ਉਹ ਹੁੰਦੀਆਂ ਨੇ ਬਾਇਓਸ ਸੈਟਿੰਗ। ਬਾਇਓਸ ਸੈਟਿੰਗ ਕੀ ਹੁੰਦੀਆਂ ਨੇ, ਜਦੋਂ ਵੀ ਆਪਾਂ ਕੰਪਿਊਟਰ ਔਨ ਕਰਦੇ ਹਾਂ ਜਾਂ ਮੋਬਾਈਲ ਔਨ ਕਰਦੇ ਹਾਂ, ਸਭ ਤੋਂ ਪਹਿਲਾਂ ਆਪਣਾ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈ। ਜਿਵੇਂ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋਵੋਗੇ, ਤੁਸੀਂ ਸਵਿਚ ਆਫ ਕਰਕੇ ਔਨ ਕਰੋਗੇ ਤਾਂ ਲਿਖਿਆ ਆ ਜਾਊਗਾ ਪਾਵਰਡ ਬਾਈ ਐਂਡਰੋਇਡ। ਜਦ ਕੰਪਿਊਟਰ ਔਨ ਕਰੋਗੇ, ਜਿਹੜੀ ਵਿੰਡੋ ਇੰਸਟਾਲ ਹੋਊਗੀ ਉਹ ਆ ਜਾਊਗਾ ਵੈਲਕਮ ਟੂ ਵਿੰਡੋ 8, 7, ਵਿੰਡੋ ਵਿਸਟਾ, ਵਿੰਡੋ XP। ਤਾਂ ਜਿੰਨੀਆਂ ਵੀ ਸੈਟਿੰਗ ਚੈੱਕ ਹੁੰਦੀਆਂ ਨੇ ਬਾਇਓਸ ਦੇ ਵਿੱਚ ਹੁੰਦੀਆਂ ਨੇ, ਉਹ ਸਾਰੀਆਂ ਸੈਟਿੰਗ ਕਿੱਥੇ ਸਟੋਰ ਹੁੰਦੀਆਂ ਨੇ, ਰੋਮ ਚਿਪ ਦੇ ਵਿੱਚ। ਤਾਂ ਬਾਇਓਸ ਹੁੰਦਾ ਰਾਜੇ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਹੁੰਦਾ। ਠੀਕ ਹੈ, ਤੇ ਇਹਦੇ ਬਾਰੇ ਆਪਾਂ ਡਿਟੇਲ ਚ ਬਾਅਦ ਚ ਜਾਵਾਂਗੇ। ਫਿਲਹਾਲ ਆਪਾਂ ਪੜ੍ਹਦੇ ਹਾਂ ਪ੍ਰਾਇਮਰੀ ਮੈਮਰੀ। ਹੁਣ ਗੱਲ ਕਰਦੇ ਹਾਂ ਰਾਜੇ ਰੈਮ ਦੀ। ਰੈਮ ਜਿਹਨੇ ਨਹੀਂ ਦੇਖਿਆ ਭਾਈ, ਇਦਾਂ ਦਾ ਹੁੰਦਾ ਰੈਮ। ਇਹਦੇ ਉੱਪਰ ਕੀ ਹੁੰਦੇ ਨੇ, ਛੋਟੇ ਛੋਟੇ IC ਲੱਗੇ ਹੁੰਦੇ ਨੇ, ਜਿਹਨੂੰ ਕਹਿ ਦਿੰਦੇ ਆ ਇੰਟੀਗ੍ਰੇਟਿਡ ਸਰਕਟਸ ਕਹਿ ਦਿੰਦੇ ਆ। ਸਭ ਤੋਂ ਪਹਿਲਾਂ ਤੁਸੀਂ ਗੱਲ ਯਾਦ ਰੱਖਣੀ ਹੈ ਰੈਮ ਦੇ ਬਾਰੇ, ਰੈਂਡਮ ਐਕਸੈਸ ਮੈਮਰੀ। ਇਹ ਤੁਹਾਨੂੰ PDF ਮਿਲ ਜੂਗੀ, ਟੈਲੀਗ੍ਰਾਮ ਤੇ ਪੜ੍ਹ ਲਿਓ। ਬਾਕੀ ਮੈਂ ਜਿਹੜੀ ਮੇਨ ਚੀਜ਼ਾਂ ਉਹ ਤੁਹਾਨੂੰ ਮੈਂ ਦੱਸ ਰਿਹਾ, ਜਿਹੜੀਆਂ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤਾਂ ਰੈਮ ਹੁੰਦੀ ਹੈ ਰਾਜੇ ਰੈਂਡਮ ਐਕਸੈਸ ਮੈਮਰੀ ਹੁੰਦੀ ਹੈ, ਤੇ ਇਹਦੇ ਵਿੱਚ ਜਿੰਨਾ ਵੀ ਡਾਟਾ ਸਟੋਰ ਹੁੰਦਾ ਰਾਜੇ ਟੈਂਪਰੇਰੀ ਨੇਚਰ ਦੇ ਵਿੱਚ ਹੁੰਦਾ, ਜਿਹਨੂੰ ਕਹਿ ਦਿੰਦੇ ਆ ਵੋਲੇਟਾਈਲ। ਕਿਉਂਕਿ ਜਦੋਂ ਵੀ ਪਾਵਰ ਆਫ ਹੋ ਗਈ, ਪਾਵਰ ਬੰਦ ਹੋ ਗਈ ਹੈ, ਡਾਟਾ ਕੀ ਹੋ ਜਾਊਗਾ, ਅਰੇਜ਼ ਹੋ ਜਾਊਗਾ ਆਟੋਮੈਟਿਕਲੀ। ਠੀਕ ਹੈ, ਤਾਂ ਰੈਮ ਕੀ ਹੋਗੀ ਤੁਹਾਡੀ, ਵੋਲੇਟਾਈਲ ਇਨ ਨੇਚਰ ਹੋਗੀ। ਹੁਣ ਰੈਮ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਆਪਾਂ ਦੇਖਦੇ ਹਾਂ ਕੁਐਸਚਨ ਕਿਵੇਂ ਆਉਂਦਾ ਐਗਜ਼ਾਮ ਦੇ ਵਿੱਚ। ਕਹਿੰਦਾ ਵਿਚ ਮੈਮਰੀ ਇਜ਼ ਦਾ ਐਕਚੁਅਲ ਵਰਕਿੰਗ ਮੈਮਰੀ। ਤਾਂ ਤੁਹਾਨੂੰ ਮੈਂ ਕਿਹਾ ਜਿਹਦੇ ਉੱਪਰ ਕਰੰਟਲੀ ਕੰਮ ਹੁੰਦਾ ਐਕਚੁਅਲ ਮੈਮਰੀ ਉਹੀ ਹੁੰਦੀ ਹੈ। ਠੀਕ ਹੈ, ਤਾਂ ਕਿਹੜੀ ਹੁੰਦੀ ਹੈ, ਰੈਮ ਹੁੰਦੀ ਹੈ, ਮੇਨ ਮੈਮਰੀ ਹੁੰਦੀ ਹੈ, ਇੰਟਰਨਲ ਮੈਮਰੀ ਹੁੰਦੀ ਹੈ। ਠੀਕ ਹੈ, ਹੁਣ ਨੈਕਸਟ ਦੇਖਦੇ ਹਾਂ ਆਪਾਂ ਰੈਮ ਦੀਆਂ ਟਾਈਪਸ ਪੜ੍ਹਦੇ ਹਾਂ ਰਾਜੇ। ਦੋ ਤਰ੍ਹਾਂ ਦਾ ਰੈਮ ਹੁੰਦਾ ਮਾਰਕੀਟ ਦੇ ਵਿੱਚ ਮਿਲਦਾ, ਇੱਕ ਹੁੰਦਾ SRAM, ਇੱਕ ਹੁੰਦਾ DRAM। ਤੇ ਇਹਨਾਂ ਦੀ ਫੁੱਲ ਫਾਰਮ ਵੀ ਵਾਰ-ਵਾਰ ਪੁੱਛ ਲਈ ਜਾਂਦੀ ਹੈ ਰਾਜੇ। SRAM ਹੁੰਦਾ, S ਫॉर ਹੁੰਦਾ ਸਟੈਟਿਕ, ਤੇ ਰੈਮ ਦਾ ਤੁਹਾਨੂੰ ਦੱਸਿਆ ਹੀ ਆ ਮੈਂ, ਰੈਂਡਮ ਐਕਸੈਸ ਮੈਮਰੀ। ਹੁਣ ਸਟੈਟਿਕ ਦਾ ਮਤਲਬ ਕੀ ਹੈ ਰਾਜੇ, ਕਿ ਇਹਦੇ ਵਿੱਚ ਜਿੰਨਾ ਵੀ ਕੰਟੈਂਟ ਪਿਆ ਹੁੰਦਾ ਤਦ ਤੱਕ ਵਾਸਤੇ ਸਹੀ ਰਹੂਗਾ, ਸੇਫ ਰਹੂਗਾ, ਜਿੰਨੀ ਦੇਰ ਆਪਾਂ ਕੀ ਕਰਾਂਗੇ, ਪਾਵਰ ਨੂੰ ਔਨ ਰੱਖਾਂਗੇ। ਤੇ ਜ਼ਿਆਦਾ ਮਤਲਬ ਕਿ ਜਿਹੜਾ ਕੰਪਿਊਟਰ ਦੇ ਵਿੱਚ ਲੱਗਦਾ ਹੈ SRAM ਹੀ ਲੱਗਦਾ, DRAM ਤਾਂ ਘੱਟ ਹੀ ਲੱਗਦਾ। ਠੀਕ ਹੈ, ਤੇ ਜਿਹੜਾ SRAM ਹੁੰਦਾ ਰਾਜੇ ਇਹ ਫਾਸਟ ਹੁੰਦਾ, ਪਰ ਇਹ ਕੀ ਆ, ਐਕਸਪੈਂਸਿਵ ਹੁੰਦਾ DRAM ਦੇ ਨਾਲੋਂ। ਠੀਕ ਹੈ, ਹੁਣ ਨੈਕਸਟ ਦੇਖਦੇ ਹਾਂ। ਤੁਸੀਂ ਪੇਪਰ ਵਾਸਤੇ ਸਿਰਫ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ, ਹੋਰ ਕੁਝ ਨਹੀਂ ਪੁੱਛਿਆ ਜਾਊਗਾ ਤੁਹਾਨੂੰ। ਸਟੈਟਿਕ ਰੈਮ ਬਾਰੇ ਪੁੱਛਿਆ ਜਾਊਗਾ ਵੀ SRAM ਦੇ ਵਿੱਚ S ਸਟੈਂਡਸ ਫॉर ਸੋਲਿਡ, ਸਟੈਟਿਕ, ਠੀਕ ਹੈ, ਸੈਕੰਡਰੀ, ਜਾਂ ਕੁਝ ਵੀ ਤੁਹਾਨੂੰ ਆਪਸ਼ਨ ਗਲਤ ਮਲਤ ਦੇ ਦੇਣਗੇ, ਤੁਸੀਂ ਯਾਦ ਰੱਖਣਾ S ਫॉर ਸਟੈਟਿਕ। ਠੀਕ ਹੈ, ਸਟੈਟਿਕ ਦਾ ਮਤਲਬ ਹੁੰਦਾ ਫਿਕਸ। ਨੈਕਸਟ ਦੇਖਦੇ ਹਾਂ ਆਪਾਂ DRAM। ਤਾਂ DRAM ਹੁੰਦਾ ਰਾਜੇ D ਸਟੈਂਡਸ ਫॉर ਡਾਇਨਮਿਕ ਰੈਂਡਮ ਐਕਸੈਸ ਮੈਮਰੀ। ਹੁਣ ਇਹਦੇ ਵਿੱਚ ਵੀ ਕੀ ਹੁੰਦਾ ਰਾਜੇ, ਇਹਦਾ ਡਾਟਾ ਕੀ ਕਹਿੰਦਾ, ਕੰਟੇਨ ਕਰਦੀ ਜਿੰਨੀ ਦੇਰ ਉਹਨੂੰ ਕੀ ਮਿਲੂਗੀ, ਪਾਵਰ ਸਪਲਾਈ ਮਿਲੂਗੀ। ਠੀਕ ਹੈ, ਪਰ ਇਹ ਕੀ ਹੈ ਰਾਜੇ, ਇਹਦੇ ਵਿੱਚ ਇੱਕ ਖਾਸ ਗੱਲ ਹੈ, ਜਿਹੜਾ ਇਹਦਾ ਡਾਟਾ ਹੈਗਾ ਇਹ ਵਾਰ-ਵਾਰ ਰੀਫਰੈਸ਼ ਹੁੰਦਾ ਰਹਿੰਦਾ ਹੈ। ਮਤਲਬ ਕਿ ਕੁਝ ਸੈਕਿੰਡ ਬਾਅਦ ਇਹਦਾ ਡਾਟਾ ਕੀ ਹੁੰਦਾ, ਰੀਫਰੈਸ਼ ਹੁੰਦਾ ਰਹਿੰਦਾ ਆਟੋਮੈਟਿਕਲੀ। ਠੀਕ ਹੈ, ਤਾਂ ਇਸੇ ਕਰਕੇ ਕੀ ਹੁੰਦੀ ਹੈ ਰਾਜੇ, ਇਹ ਰੈਮ ਕੀ ਹੁੰਦੀ ਹੈ, ਸਲੋ ਹੁੰਦੀ ਹੈ ਐਜ਼ ਕੰਪੇਅਰ ਟੂ SRAM। ਤੇ ਠੀਕ ਹੈ, ਸਭ ਤੋਂ ਮਤਲਬ ਕਿ ਜਿਹੜੇ ਕਹਿੰਦਾ ਜਨਰਲੀ ਜਿਹੜੀ ਵਰਤੀ ਜਾਂਦੀ ਹੈ ਰੈਮ, ਇਹੀ ਵਰਤੀ ਜਾਂਦੀ ਹੈ, ਕਿਉਂਕਿ ਇਹ ਕੀ ਹੁੰਦੀ ਹੈ, ਸਸਤੀ ਹੁੰਦੀ ਹੈ DRAM। ਠੀਕ ਹੈ, ਆਪਾਂ ਤੁਸੀਂ ਪੇਪਰ ਦੇ ਵਾਸਤੇ ਸਿਰਫ ਇੰਨਾ ਯਾਦ ਰੱਖਣਾ ਕਿ DRAM ਦੀ ਫੁੱਲ ਫਾਰਮ ਕੀ ਹੈ, ਡਾਇਨਮਿਕ ਰੈਂਡਮ ਐਕਸੈਸ ਮੈਮਰੀ। ਤੇ ਇਹ ਦੋਨੇ ਕੀ ਨੇ, ਵੋਲੇਟਾਈਲ ਇਨ ਨੇਚਰ ਨੇ ਦੋਨੇ ਰੈਮ। ਨੈਕਸਟ ਦੇਖਦੇ ਆਪਾਂ ਰੋਮ ਦੀ ਗੱਲ ਕਰਦੇ ਆ। ਇਸ ਤੋਂ ਪਹਿਲਾਂ ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਮਰੀਜ਼ ਮਸਟ ਬੀ ਰੀਫਰੈਸ਼ਡ ਮੈਨੀ ਟਾਈਮਸ ਪਰ ਸੈਕਿੰਡ। ਤਾਂ ਤੁਹਾਨੂੰ ਮੈਂ ਦੱਸਿਆ ਕਿ ਵਾਰ-ਵਾਰ ਰੀਫਰੈਸ਼ ਹੋਣ ਦੀ ਆ ਕੁਝ ਟਾਈਮ ਪੀਰੀਅਡ ਬਾਅਦ, ਉਹ ਕਿਹੜੀ ਹੁੰਦੀ ਹੈ, ਡਾਇਨਮਿਕ ਰੈਮ ਹੁੰਦੀ ਹੈ। ਤਾਂ ਸਟੈਟਿਕ ਰੈਮ ਤਾਂ ਫਿਕਸ ਰਹਿੰਦੀ ਹੈ, ਤਾਂ ਉਹਨੂੰ ਕੀ ਹੈ, ਵਾਰ-ਵਾਰ ਰੀਫਰੈਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਨੈਕਸਟ ਗੱਲ ਕਰਦੇ ਹਾਂ ਆਪਾਂ ਰੋਮ ਦੀ। ਤਾਂ ਰੋਮ ਕੀ ਹੁੰਦੀ ਹੈ ਰਾਜੇ, ਮਦਰਬੋਰਡ ਦੇ ਉੱਪਰ ਅਟੈਚ ਹੁੰਦੀ ਇੱਕ ਚਿਪ ਹੁੰਦੀ ਹੈ, ਜਿਹਦੇ ਵਿੱਚ ਕੀ ਆ, ਮੰਨ ਲਓ ਜਦੋਂ ਉਹਨੂੰ ਮੈਨੂਫੈਕਚਰ ਕੀਤਾ ਜਾਂਦਾ, ਬਣਾਇਆ ਜਾਂਦਾ ਕੰਪਨੀ ਵੱਲੋਂ, ਉਹਦੇ ਵਿੱਚ ਕੀ ਪਾਏ ਜਾਂਦੇ ਨੇ, ਕੰਟੈਂਟ ਪਾਏ ਜਾਂਦੇ ਨੇ, ਜਿਹਨੂੰ ਯੂਜ਼ਰ ਕੀ ਹੈ, ਛੇੜਖਾਨੀ ਨਹੀਂ ਕਰ ਸਕਦਾ, ਨਾ ਹੀ ਚੇਂਜ ਕਰ ਸਕਦਾ, ਸਿਰਫ ਪੜ੍ਹ ਸਕਦਾ ਹੈ। ਪੜ੍ਹਦਾ ਵੀ ਕੌਣ ਆ, ਕੰਪਿਊਟਰ। ਤਾਂ ਹੀ ਇਹਨੂੰ ਕੀ ਕਹਿੰਦੇ ਨੇ, ਰੀਡ ਓਨਲੀ ਮੈਮਰੀ ਕਹਿੰਦੇ ਨੇ। ਤੇ ਇਹ ਪਰਮਾਨੈਂਟ ਹੁੰਦੀ ਹੈ ਰਾਜੇ, ਜਿਹਦਾ ਮਤਲਬ ਕੀ ਹੈ ਕਿ ਇਹ ਨੌਨ ਵੋਲੇਟਾਈਲ ਇਨ ਨੇਚਰ ਹੈ।
मतलब ਇਹਦਾ ਡਾਟਾ ਡਿਲੀਟ ਨਹੀਂ ਹੁੰਦਾ, ਚਾਹੇ ਕੰਪਿਊਟਰ ਬੰਦ ਹੋ ਜਾਵੇ, ਜਿੰਨੀ ਵਾਰ ਔਨ ਕਰੋਗੇ ਇਹਦੇ ਕੰਟੈਂਟ ਕੀ ਰਹਿਣਗੇ, ਸੇਫ ਰਹਿਣਗੇ, ਪਏ ਰਹਿਣਗੇ, ਸਟੋਰਡ ਰਹਿਣਗੇ। ਹੁਣ ਪੇਪਰ ਦੇ ਵਿੱਚ ਕੀ ਪੁੱਛਿਆ ਜਾਂਦਾ ਰਾਜੇ ਵੀ ਰੈਮ ਦੇ ਵਿੱਚ ਕੀ ਸਟੋਰ ਹੁੰਦਾ ਰਾਜੇ, ਬਾਇਓਸ ਸਿਸਟਮ, ਜਿਹਨੂੰ ਕਹਿ ਦਿੰਦੇ ਆਪਾਂ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਹੁੰਦਾ। ਤੇ ਨਾਲ ਹੀ ਪੁੱਛਿਆ ਜਾਂਦਾ ਕਿੰਨੀ ਤਰ੍ਹਾਂ ਦੀ ਆਪਣੇ ਕੋਲੇ ਰੋਮ ਹੁੰਦੀ ਹੈ, 3 ਤਰ੍ਹਾਂ ਦੀ ਹੁੰਦੀ ਆ, ਪੀ ਰੋਮ, ਈਪੀ ਰੋਮ ਤੇ ਡਬਲ ਈਪੀ ਰੋਮ। ਠੀਕ ਹੈ, ਇਹਦੀ ਫੁੱਲ ਫਾਰਮ ਪੜ੍ਹਦੇ ਆ ਪੇਪਰ ਵਾਸਤੇ ਕੀ ਇੰਪੋਰਟੈਂਟ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ, ਕਹਿੰਦਾ ਡੈਸ਼ ਇਜ਼ ਏ ਟਾਈਪ ਆਫ ਮੈਮਰੀ ਸਰਕਟ ਦੈਟ ਹੋਲਡ ਦਾ ਕੰਪਿਊਟਰ ਸਟਾਰਟਅਪ ਰੂਟੀਨ। ਤੁਹਾਨੂੰ ਮੈਂ ਦੱਸਿਆ ਵੀ ਬਾਇਓ ਸੈਟਿੰਗ ਸਟਾਰਟਅਪ ਰੂਟੀਨ ਹੁੰਦਾ, ਜਦੋਂ ਵੀ ਕੰਪਿਊਟਰ ਸਟਾਰਟ ਕਰੋਗੇ ਚੈੱਕ ਕਰੂਗਾ ਵੀ ਤੁਹਾਡਾ ਰੈਮ ਠੀਕ ਹੈ, ਕੀਬੋਰਡ ਠੀਕ ਅਟੈਚ ਹੋਇਆ, ਤੁਹਾਡਾ ਮਾਊਸ ਸਹੀ ਕੰਮ ਕਰ ਰਿਹਾ, ਰੈਮ ਸਹੀ ਕੰਮ ਕਰ ਰਹੀ ਹੈ, ਆਪਰੇਟਿੰਗ ਸਿਸਟਮ ਤੁਹਾਡਾ ਸਹੀ ਇੰਸਟਾਲ ਹੋਇਆ ਹੋਇਆ। ਤਾਂ ਇਹ ਕੌਣ ਚੈੱਕ ਕਰਦਾ, ਰੋਮ ਚਿਪ ਚੈੱਕ ਕਰਦੀ, ਇਹਦੇ ਵਿੱਚ ਕੀ ਹੁੰਦੇ ਨੇ, ਇੰਸਟਰਕਸ਼ਨ ਸਟੋਰ ਹੁੰਦੀਆਂ ਨੇ। ਠੀਕ ਹੈ, ਤਾਂ ਰੀਡ ਓਨਲੀ ਮੈਮਰੀ 'ਚ ਹੁੰਦਾ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਪੀ ਰੋਮ ਦਾ ਮਤਲਬ ਕੀ ਹੈ ਰਾਜੇ, ਪੀ ਸਟੈਂਡਸ ਫॉर ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੁਣ ਇਹਦੇ ਵਿੱਚ ਕੀ ਹੈ ਰਾਜੇ, ਇੱਕ ਵਾਰੀ ਚਿਪ ਲਈ ਉਹ ਬਲੈਂਕ ਸੀਗੀ, ਕੰਪਨੀ ਨੇ ਕੀ ਕੀਤਾ, ਇਹਦੇ ਵਿੱਚ ਕੰਟੈਂਟ ਭਰਤਾ, ਪ੍ਰੋਗਰਾਮ ਕਰਤੀ ਇਹਨੂੰ, ਹਨਾ ਇਹਦੇ ਵਿੱਚ ਪ੍ਰੋਗਰਾਮਿੰਗ ਕਰਤੀ ਤੇ ਇਹਨੂੰ ਚਿਪ ਬਣਾਤੀ, ਇਹਦੇ ਕੰਟੈਂਟ ਆਪਾਂ ਚੇਂਜ ਨਹੀਂ ਕਰ ਸਕਦੇਗੇ। ਇਹ ਕੀ ਹੁੰਦੀ ਆ ਆਪਣੀ ਪੀ ਰੋਮ। ਠੀਕ ਹੈ, ਇਹਨੂੰ ਕਹਿ ਦਿੰਦੇ ਆ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਮੰਨ ਲਓ ਆਪਾਂ ਇੱਕ ਵਾਰੀ ਖਰੀਦ ਲਈ ਤਾਂ ਜਿਹੜੀ ਕੰਪਨੀ ਨੇ ਇਹਨੂੰ ਮੈਨੂਫੈਕਚਰ ਕੀਤਾ ਹੋਊਗਾ ਉਹਦੇ ਕੰਟੈਂਟ ਸੇਮ ਰਹਿਣਗੇ। ਪਰ ਹੁਣ ਜਿਵੇਂ ਮੰਨ ਲਓ ਇੱਕ ਟੈਕਨੋਲੋਜੀ ਫੇਲ ਹੁੰਦੀ ਹੈ ਤੇ ਨਵੀਂ ਇਨੋਵੇਸ਼ਨ ਹੁੰਦੀ ਹੈ, ਨਵੀਂ ਕਾਢ ਆਉਂਦੀ ਹੈ, ਤਾਂ ਫਿਰ ਇਸ ਤੋਂ ਬਾਅਦ ਇੱਕ ਚਿਪ ਹੋਰ ਆਈ ਜਿਹਦੇ ਵਿੱਚ ਕੀ ਸੀਗਾ, ਈਪੀ ਰੋਮ। ਤਾਂ ਈ ਦਾ ਮਤਲਬ ਕੀ ਆ, ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤਾਂ ਆਪਾਂ ਇਹਨੂੰ ਇਰੇਜ਼ ਕਰ ਸਕਦੇ ਹਾਂ ਪਰ ਵਿਦ ਦੀ ਹੈਲਪ ਆਫ ਕਿਹਦੇ, ਯੂਵੀ ਰੇਜ਼, ਜਿਹਨੂੰ ਕਹਿ ਦਿੰਦੇ ਆ ਅਲਟਰਾ ਵਾਇਲਟ ਰੇਜ਼। ਠੀਕ ਹੈ, ਯਾਦ ਰੱਖਿਓ ਪੇਪਰ ਦੇ ਵਿੱਚ ਇਹੀ ਪੁੱਛਿਆ ਜਾਂਦਾ ਕਿ ਈ ਦਾ ਮਤਲਬ ਕੀ ਹੈ, ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਤੇ ਕਿਹੜੀਆਂ ਰੇਜ਼ ਦੀ ਵਰਤੋਂ ਕੀਤੀਆਂ ਜਾਂਦੀਆਂ ਨੇ, ਅਲਟਰਾ ਵਾਇਲਟ ਰੇਜ਼ ਦੀਆਂ ਵਰਤੋਂ ਕਰਕੇ ਆਪਾਂ ਕੀ ਕਰ ਸਕਦੇ ਹਾਂ, ਇਹਦਾ ਕੰਟੈਂਟ ਚੇਂਜ ਕਰ ਸਕਦੇ ਹਾਂ, ਅਰੇਜ਼ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਗੱਲ ਕਰਦੇ ਆ ਰਾਜੇ ਡਬਲ ਈਪੀ ਰੋਮ। ਇਹਦੀ ਫੁੱਲ ਫਾਰਮ ਤਾਂ ਬਹੁਤ ਵਾਰ ਪੁੱਛੀ ਜਾਂਦੀ ਹੈ ਪੇਪਰਾਂ ਦੇ ਵਿੱਚ, 100% ਪੁੱਛੀ ਜਾਂਦੀ ਹੈ। ਤਾਂ ਈ ਦੇ ਵਿੱਚ ਕੀ ਹੁੰਦਾ, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤੁਹਾਨੂੰ ਭੁਲੇਖਾ ਪਾਉਣ ਵਾਸਤੇ ਇੱਥੇ ਇਲੈਕਟ੍ਰਿਸਿਟੀ ਲਿਖ ਦਿੰਦੇ ਆ, ਬਸ ਬੱਚੇ ਕੀ ਕਰਦੇ, ਟਿਕ ਕਰਕੇ ਆ ਜਾਂਦੇ ਆ। ਇਲੈਕਟ੍ਰੀਸਿਟੀ ਨਹੀਂ ਰਾਜੇ, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਹੈਗੀ ਆ। ਇਹਦੇ ਵਿੱਚ ਅਲਟਰਾ ਵਾਇਲਟ ਦੀ ਜਗ੍ਹਾ ਤੇ ਕੀ ਯੂਜ਼ ਕੀਤਾ ਜਾਂਦਾ ਰਾਜੇ, ਇਲੈਕਟ੍ਰਿਸਿਟੀ ਯੂਜ਼ ਕੀਤੀ ਜਾਂਦੀ ਹੈ। ਇਹਨਾਂ ਨੂੰ ਕੀ ਕੀਤਾ ਜਾਂਦਾ, ਇਹਦੇ ਉੱਪਰ ਸ਼ੌਕ ਦਿੱਤਾ ਜਾਂਦਾ ਹੈ ਬਿਜਲੀ ਦੇ ਨਾਲ, ਤੇ ਇਹਦਾ ਡਾਟਾ ਕੀ ਕਰ ਦਿੱਤਾ ਜਾਂਦਾ, ਅਰੇਜ਼ ਕਰ ਦਿੱਤਾ ਜਾਂਦਾ ਹੈ। ਬਸ ਤੁਸੀਂ ਇਹਦੀ ਫੁੱਲ ਫਾਰਮ ਯਾਦ ਰੱਖਣੀ ਆ। ਇਹ ਸੀਗੀਆਂ ਭਾਈ ਤੁਹਾਡੀ ਮੇਨ ਮੈਮਰੀ। ਤੇ ਹੁਣ ਆਪਾਂ ਅੱਗੇ ਵਧਦੇ ਹਾਂ ਵੀਡੀਓ ਵੱਲ, ਸੈਕੰਡਰੀ ਮੈਮਰੀ ਵੱਲ। ਹੁਣ ਸੈਕੰਡਰੀ ਮੈਮਰੀ ਕਾਹਦੇ ਵਾਸਤੇ ਵਰਤੀ ਜਾਂਦੀ ਹੈ ਰਾਜੇ, ਇਹ ਸਿਰਫ ਕੰਪਿਊਟਰ ਨੂੰ ਇੱਕ ਐਕਸਟਰਾ, ਠੀਕ ਹੈ, ਬੈਨੀਫਿਟ ਦੇਣ ਵਾਸਤੇ, ਯੂਜ਼ਰ ਨੂੰ ਕਿ ਉਹ ਆਪਣਾ ਡਾਟਾ ਸਟੋਰ ਕਰ ਸਕੇ, ਮਤਲਬ ਕਿ ਕੰਪਿਊਟਰ ਨੂੰ ਸਪੀਡ ਅਪ ਕਰਨ ਵਾਸਤੇ, ਐਫੀਸ਼ੀਐਂਟ ਮੈਨਰ ਦੇ ਨਾਲ ਯੂਜ਼ ਕਰਨ ਵਾਸਤੇ ਵਰਤੀ ਜਾਂਦੀ ਹੈ। ਤੇ ਇਹਦੇ ਵਿੱਚ ਡਾਟਾ ਕੀ ਹੁੰਦਾ ਰਾਜੇ, ਨੌਨ ਵੋਲੇਟਾਈਲ ਇਨ ਨੇਚਰ ਹੁੰਦਾ, ਡਾਟਾ ਪਰਮਾਨੈਂਟ ਕੀ ਹੁੰਦਾ, ਸਟੋਰ ਹੁੰਦਾ। ਠੀਕ ਹੈ, ਇੱਥੇ ਆਪਾਂ ਕੀ ਕਰ ਸਕਦੇ ਹਾਂ, ਆਪਣਾ ਪਰਸਨਲ ਡਾਟਾ ਵਗੈਰਾ ਕੀ ਕਰ ਸਕਦੇ ਹਾਂ, ਸਟੋਰ ਕਰਕੇ ਰੱਖ ਸਕਦੇ ਹਾਂ ਲੌਂਗ ਟਰਮ ਵਾਸਤੇ। ਇਹਦਾ ਹੁਣ ਡਾਟਾ ਸਟੋਰ ਰਹੂਗਾ, ਚਾਹੇ ਕੰਪਿਊਟਰ ਦੀ ਪਾਵਰ ਸਪਲਾਈ ਬੰਦ ਕਰ ਦਿਓ, ਠੀਕ ਹੈ, ਤਾਂ ਵੀ ਡਾਟਾ ਕੀ ਹੋਊਗਾ, ਅਰੇਜ਼ ਨਹੀਂ ਹੋਊਗਾ। ਹੁਣ ਮੇਨ ਆਪਾਂ ਇਹਦੇ ਵਿੱਚ ਦੇਖਦੇ ਹਾਂ, ਦੋ ਤਰ੍ਹਾਂ ਦੀ ਹੁੰਦੀ ਹੈ ਰਾਜੇ, ਇੱਕ ਸਿਕੁਐਂਸ਼ੀਅਲ ਹੁੰਦੀ, ਇੱਕ ਹੁੰਦੀ ਹੈ ਡਾਇਰੈਕਟ। ਸਿਕੁਐਂਸ਼ੀਅਲ ਹੁੰਦਾ ਰਾਜੇ ਭਾਈ ਲਾਈਨ ਬਾਈ ਲਾਈਨ, ਮਤਲਬ ਸੀਰੀਜ਼ ਬਾਈ ਸੀਰੀਜ਼ ਆਪਾਂ ਕੋਈ ਚੀਜ਼ ਨੂੰ ਅਸੈਸ ਕਰਨਾ। ਹੁਣ ਮੰਨ ਲਓ ਮੇਰੇ ਕੋਲ ਕੀ ਸੀਗਾ, ਇਹਦੇ ਵਿੱਚ ਮੇਰੇ ਕੋਲ ਟਰੈਕ ਪਏ ਸੀਗੇ, 10 ਟਰੈਕ ਪਏ ਸੀਗੇ। ਮੰਨ ਲਓ ਮੈਂ 10ਵਾਂ ਟਰੈਕ ਸੁਣਨਾ ਹੈ ਤਾਂ ਮੈਨੂੰ 1 2 3 4 5 6 ਸਭ ਨੂੰ ਅਸੈਸ ਕਰਨਾ ਪਊਗਾ, ਤਾਂ ਜਾ ਕੇ ਮੈਂ 10ਵੇਂ ਨੰਬਰ ਤੇ ਪਹੁੰਚੂਗਾ। ਠੀਕ ਹੈ, ਤੇ ਐਵੇਂ ਰਾਜੇ ਇਹਦੀ ਜਿਹੜੀ ਬੈਸਟ ਐਗਜ਼ਾਮਪਲ ਕੀ ਹੈ, ਮੈਗਨੈਟਿਕ ਟੇਪ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਰੀਲ ਕਹਿ ਦਿੰਦੇ ਹਾਂ। ਠੀਕ ਹੈ, ਰੀਲ ਵੈਸੇ ਇੰਗਲਿਸ਼ ਦਾ ਵਰਡ ਹੈ ਪਰ ਉਹ ਪੰਜਾਬੀ ਦੇ ਵਿੱਚ ਬਹੁਤ ਪ੍ਰਫੁੱਲਿਤ ਹੋਇਆ ਸੀਗਾ, ਤਾਂ ਕਰਕੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਰੀਲ ਕਹਿ ਦਿੰਦੇ ਹਾਂ। ਹੁਣ ਗੱਲ ਕਰਦੇ ਹਾਂ ਡਾਇਰੈਕਟ ਅਸੈਸ ਦੀ ਰਾਜੇ। ਡਾਇਰੈਕਟ ਦਾ ਮਤਲਬ ਕਿ ਆਪਾਂ ਕਿਤੋਂ ਵੀ ਡਾਟਾ ਚੱਕ ਕੇ ਉਹਨੂੰ ਪਲੇ ਕਰ ਸਕਦੇ ਹਾਂ, ਉਹਨੂੰ ਯੂਜ਼ ਕਰ ਸਕਦੇ ਹਾਂ, ਜਿਹੜਾ ਵੀ ਆਪਾਂ ਨੂੰ ਚਾਹੀਦੀ ਆ ਇਨਫੋਰਮੇਸ਼ਨ। ਠੀਕ ਹੈ, ਜਿਵੇਂ ਮੈਗਨੈਟਿਕ ਡਿਸਕ ਹੋ ਗਈ ਤੁਹਾਡੀਆਂ, CD ਹੋ ਗਈ ਜਾਂ DVDਆਂ ਹੋ ਗਈਆਂ, ਜਾਂ ਆਪਾਂ USB ਦੇ ਵਿੱਚ ਕੁਝ ਵੀ ਡਾਟਾ ਡਾਇਰੈਕਟ ਕੀ ਕਰ ਸਕਦੇ ਹਾਂ, ਫਾਈਲ ਵਗੈਰਾ ਖੋਲ ਸਕਦੇ ਹਾਂ। ਠੀਕ ਹੈ, ਤਾਂ ਪੁੱਛਿਆ ਜਾਂਦਾ ਹੈ ਕਿ DMA ਸਟੈਂਡਸ ਫॉर ਤਾਂ ਡਾਇਰੈਕਟ ਮੈਮਰੀ ਅਸੈਸ। ਬਹੁਤ ਵਾਰ ਕੁਐਸਚਨ ਪੁੱਛਦੇ ਆ ਐਗਜ਼ਾਮ ਦੇ ਵਿੱਚ, DMA ਦਾ ਮਤਲਬ ਕੀ ਹੈ, ਡਾਇਰੈਕਟ ਮੈਮਰੀ ਅਸੈਸ। ਹੁਣ ਨੈਕਸਟ ਦੇਖਦੇ ਹਾਂ ਆਪਾਂ ਇਹਦੇ ਵਿੱਚ। ਅੱਛਾ, ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਰਾਜੇ, ਸੈਕੰਡਰੀ ਮੈਮਰੀ ਦਾ ਦੂਜਾ ਨਾਮ ਕੀ ਹੈ, ਆਕਸਿਲਰੀ ਮੈਮਰੀ। ਤਾਂ ਆਕਸਿਲਰੀ ਮੈਮਰੀ ਕਿਹਨੂੰ ਕਹਿੰਦੇ ਆ, ਸੈਕੰਡਰੀ ਮੈਮਰੀ ਨੂੰ ਕਿਹਾ ਜਾਂਦਾ। ਬਹੁਤ ਵਧੀਆ ਕੁਐਸਚਨ ਤੇ ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋਣ ਵਾਲਾ ਕੁਐਸਚਨ ਹੈ। ਹੁਣ ਨੈਕਸਟ ਦੇਖਦੇ ਹਾਂ ਆਪਾਂ, ਇਹਦੇ ਵਿੱਚ ਵੀ ਰਾਜੇ ਦੋ ਤਰ੍ਹਾਂ ਦੀਆਂ ਮੈਮਰੀਜ਼ ਯੂਜ਼ ਹੁੰਦੀਆਂ ਨੇ ਸੈਕੰਡਰੀ ਦੇ ਵਿੱਚ। ਇੱਕ ਤਾਂ ਹੁੰਦੀਆਂ ਨੇ ਮੈਗਨੈਟਿਕ ਤੇ ਇੱਕ ਹੁੰਦੀਆਂ ਨੇ ਆਪਟੀਕਲ। ਹੁਣ ਆਪਾਂ ਦੇਖਦੇ ਹਾਂ ਮੈਗਨੈਟਿਕ ਦੇ ਵਿੱਚ ਕੀ ਹੁੰਦਾ ਤੇ ਆਪਟੀਕਲ ਦੇ ਵਿੱਚ ਕੀ ਹੁੰਦਾ। ਜਿਹੜੀਆਂ ਰਾਜੇ ਨਾਮ ਤੋਂ ਹੀ ਕਲੀਅਰ ਹੈ, ਇਹਦੇ ਵਿੱਚ ਮੈਗਨੇਟ ਮਤਲਬ ਕਿ ਮੈਗਨੈਟਿਕ ਮਟੀਰੀਅਲ ਯੂਜ਼ ਕੀਤਾ ਜਾਂਦਾ ਆਪਣਾ ਸਟੋਰੇਜ ਵਾਸਤੇ।
ਇਹਦੇ ਵਿੱਚ ਜਿਵੇਂ ਦੋ ਤਰ੍ਹਾਂ ਦੀ ਮੈਮਰੀਜ਼ ਆਉਂਦੀਆਂ ਨੇ, ਇੱਕ ਹਾਰਡ ਡਿਸਕ ਡਰਾਈਵ ਆ ਜਾਂਦੀ ਆ, ਇੱਕ ਆ ਜਾਂਦੀ ਆ ਫਲੋਪੀ ਡਿਸਕ ਡਰਾਈਵ। ਫਲੋਪੀ ਤੁਸੀਂ ਨਹੀਂ ਦੇਖੀ ਹੋਊਗੀ ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਯੂਜ਼ ਹੁੰਦੀ ਸੀਗੀ। ਜਿਵੇਂ ਆਪਾਂ ਅੱਜ ਕੱਲ੍ਹ USB ਮਤਲਬ ਯੂਜ਼ ਕਰਦੇ ਹਾਂ, ਤੇ ਪਹਿਲਾਂ ਕੀ ਹੁੰਦਾ ਸੀਗਾ, USB ਤਾਂ ਆਈ ਨਹੀਂ ਸੀਗੀ, ਤਾਂ ਜਿਵੇਂ ਡਾਟਾ ਨੂੰ ਮੂਵ ਕਰਾਉਣਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਤਾਂ ਫਲੋਪੀ ਯੂਜ਼ ਕੀਤੀ ਜਾਂਦੀ ਸੀਗੀ, ਕਿਉਂਕਿ ਹਾਰਡ ਡਿਸਕ ਕੀ ਹੁੰਦੀ ਹੈ, ਫਿਕਸ ਹੁੰਦੀ ਹੈ। ਤਾਂ ਮੈਗਨੈਟਿਕ ਦੇ ਵਿੱਚ ਕੀ ਹੁੰਦਾ, ਰਾਜੇ ਕਹਿੰਦਾ ਦਾ ਮੈਗਨੈਟਿਕ ਡਿਸਕ ਇਜ਼ ਮੇਡ ਅਪ ਆਫ ਸੈਟ ਆਫ ਦਾ ਸਰਕੂਲਰ ਪਲੇਟਰ। ਤਾਂ ਇਹਦੇ ਵਿੱਚ ਕੀ ਹੁੰਦੇ ਰਾਜੇ, ਇਸ ਤਰ੍ਹਾਂ ਦੇ ਸਰਕੂਲਰ ਪਲੇਟਰ ਹੁੰਦੇ ਨੇ ਜਿਹਦੇ ਉੱਪਰ ਕੀ ਡਾਟਾ ਕੀ ਕੀਤਾ ਜਾਂਦਾ, ਸਟੋਰ ਕੀਤਾ ਜਾਂਦਾ ਹੈ। ਤੇ ਜਿਹੜੇ ਇਹ ਹੁੰਦੇ ਆ, ਇਹ ਡਿਵਾਈਡ ਹੁੰਦੇ ਆ ਰਾਜੇ ਟਰੈਕ ਤੇ ਸੈਕਟਰ ਦੇ ਵਿੱਚ। ਆਇਆ ਟਰੈਕ ਬਣੇ ਹੁੰਦੇ ਆ ਤੇ ਇਹਨਾਂ ਨੂੰ ਕਹਿ ਦਿੰਦੇ ਆ ਟਰੈਕ ਐਂਡ ਸੈਕਟਰ। ਬਸ ਇਹਨੂੰ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ, ਆਪਾਂ ਕਿਹੜਾ ਕੋਈ ਡਿਗਰੀ ਕਰਨੀ ਆ, ਆਪਾਂ ਤਾਂ ਪੇਪਰ ਦੇ ਵਾਸਤੇ ਕਵਰ ਕਰਨਾ ਜੋ ਆਪਣੇ ਐਗਜ਼ਾਮ ਵਾਸਤੇ ਇੰਪੋਰਟੈਂਟ ਹੈ। ਠੀਕ ਹੈ, ਤਾਂ ਇਹਦੇ ਵਿੱਚ ਯਾਦ ਰੱਖਣਾ ਕਿਹੜੀ ਕਿਹੜੀਆਂ ਹੁੰਦੀਆਂ ਨੇ, ਹਾਰਡ ਡਿਸਕ ਹੋ ਗਈਆਂ, ਜਿਪ ਡਿਸਕ ਹੋ ਗਈਆਂ, ਤੁਹਾਡੀਆਂ ਫਲੋਪੀ ਡਿਸਕ ਹੋ ਗਈਆਂ। ਅੱਗੇ ਗੱਲ ਕਰਦੇ ਹਾਂ ਵੀ ਆਪਟੀਕਲ ਕਿਹੜੀਆਂ ਹੁੰਦੀਆਂ ਨੇ ਰਾਜੇ। ਆਪਟੀਕਲ ਜਿਹਦੇ ਵਿੱਚ ਆਪਾਂ ਲਾਈਟ એનર્ਜੀ ਯੂਜ਼ ਕਰਦੇ ਹਾਂ, ਜਿਵੇਂ ਲੇਜ਼ਰ ਬੀਮ ਵਗੈਰਾ। ਠੀਕ ਹੈ, ਤਾਂ ਲੇਜ਼ਰ ਬੀਮ ਦੀ ਹੈਲਪ ਦੇ ਨਾਲ ਆਪਾਂ ਉਹਦੇ ਵਿੱਚ ਕੀ ਕਰਦੇ, ਡਾਟਾ ਸਟੋਰ ਕਰਦੇ ਹਾਂ। ਜਿਵੇਂ CD ਹੋ ਗਈ, DVD ਹੋ ਗਈ, ਤੁਹਾਡੀ USB ਹੋ ਗਈ। ਵੈਸੇ USB ਤਾਂ ਫਲੈਸ਼ ਦੇ ਵਿੱਚ ਆਉਂਦੀ ਹੈ, ਪਰ ਅੱਜ ਕੱਲ੍ਹ ਇਹਨੂੰ ਆਪਟੀਕਲ ਦੇ ਵਿੱਚ ਹੀ ਮੰਨਿਆ ਜਾਂਦਾ ਹੈ। ਠੀਕ ਹੈ, ਤਾਂ ਇਹ ਸਾਰੀਆਂ ਜਿਹਦੇ ਵਿੱਚ ਆਪਾਂ ਲੇਜ਼ਰ ਬੀਮ ਵਗੈਰਾ ਯੂਜ਼ ਕਰਾਂਗੇ ਰਾਜੇ, ਉਹ ਸਾਰੀਆਂ ਮੈਮਰੀਜ਼ ਕੀ ਆ ਜਾਣਗੀਆਂ, ਆਪਟੀਕਲ ਡਿਸਕ ਦੇ ਅੰਡਰ ਆ ਜਾਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲੀ ਜਿਹੜੀ ਮੈਗਨੈਟਿਕ ਮੈਮਰੀ ਆਉਂਦੀ ਹੈ ਰਾਜੇ, ਉਹ ਹੈਗੀ ਸੀ ਮੈਗਨੈਟਿਕ ਟੇਪ। ਆਹ ਭਾਈ ਤੁਹਾਡੇ ਸਾਹਮਣੇ ਭਾਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਜਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਰੀਲ ਕਹਿ ਦਿੰਦੇ ਆ। ਤਾਂ ਇਹ ਪਹਿਲਾਂ ਯੂਜ਼ ਹੁੰਦੀਆਂ ਸੀ ਰਾਜੇ, ਜਿਹਨੂੰ ਆਪਾਂ ਕਹਿ ਦਿੰਦੇ ਆ ਕੈਸਟ ਵੀ ਕਹਿ ਦਿੰਦੇ ਆ। ਠੀਕ ਹੈ, ਤੇ ਇਹ ਪੁਰਾਣੇ ਕੰਪਿਊਟਰਾਂ ਦੇ ਵਿੱਚ ਯੂਜ਼ ਕੀਤੀਆਂ ਗਈਆਂ ਸੀ ਰਾਜੇ, ਐਜ਼ ਇਨਪੁੱਟ, ਐਜ਼ ਏ ਸਟੋਰੇਜ, ਐਜ਼ ਏ ਆਊਟਪੁੱਟ ਵੀ ਯੂਜ਼ ਕੀਤੀਆਂ ਗਈਆਂ ਸੀਗੀਆਂ। ਅੱਜ ਕੱਲ੍ਹ ਇਹ ਨਹੀਂ ਆਉਂਦੀਆਂ ਕਿਉਂਕਿ ਇਹ ਕਿਹਦੇ ਅੰਡਰ ਆਉਂਦੀਆਂ ਸੀਗੀਆਂ, ਸਿਕੁਐਂਸ਼ੀਅਲ ਸੈਸ ਦੇ ਅੰਡਰ ਆਉਂਦੀਆਂ ਸੀਗੀਆਂ। ਤੇ ਅੱਜ ਕੱਲ੍ਹ ਨਾ ਤਾਂ ਕਿਸੇ ਕੋਲ ਇੰਨਾ ਟਾਈਮ ਹੈਗਾ ਤੇ ਨਾ ਹੀ ਕਿਸੇ ਕੋਲ ਇੰਨਾ ਮਾਦਾ ਹੈਗਾ ਵੀ ਇੰਨਾ ਪੇਸ਼ੈਂਸ ਰੱਖ ਸਕੇ ਵੀ ਮੈਂ 10ਵਾਂ ਸੌਂਗ ਸੁਣਨਾ ਤੇ ਮੈਂ ਪਹਿਲਾਂ 5-7 ਸੌਂਗ ਕੀ ਕਰਾਂ, ਫਾਰਵਰਡ ਕਰਾਂ। ਆਪਾਂ ਡਾਇਰੈਕਟ ਕੀ ਕਰਦੇ ਹਾਂ ਭਾਈ, ਮੈਂ ਤਾਂ ਸਿੱਧਾ ਸਿੱਧੂ ਮੂਸੇਵਾਲੇ ਦਾ ਸੌਂਗ ਸੁਣਨਾ ਹੈ, ਤਾਂ ਡਾਇਰੈਕਟ ਮੈਂ ਚੱਕ ਕੇ ਮਾਰਦਾ ਸਿੱਧੂ ਮੂਸੇਵਾਲਾ ਤੇ ਸੌਂਗ ਸੁਣਨਾ, ਪਲੇ ਕਰਨਾ ਸਟਾਰਟ ਕਰ ਦਿੰਦਾ। ਠੀਕ ਹੈ ਜੀ, ਤੇ ਇਹ ਅੱਜ ਕੱਲ੍ਹ ਯੂਜ਼ ਨਹੀਂ ਹੁੰਦੀ, ਅਲੋਪ ਹੋ ਗਈ ਹੈ। ਤਾਂ ਲੇਕਿਨ ਆਪਾਂ ਕਲੀਅਰ ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ, ਤਾਂ ਕਰਕੇ ਮੈਂ ਤੁਹਾਨੂੰ ਕਰਵਾਤੀ। ਤੇ ਇਹਦੇ ਉੱਪਰ ਕੀ ਹੁੰਦਾ ਰਾਜੇ, ਮੈਗਨੈਟਿਕ ਕੋਟਿਡ ਹੁੰਦੀ ਹੈ। ਠੀਕ ਹੈ, ਤੇ ਇਹਦੇ ਵਿੱਚ ਜਿਵੇਂ ਆਪਾਂ ਆਹ ਰੀਲ ਹੁੰਦੀ ਹੈ ਇੱਕ, ਤੇ ਉਹਦੇ ਉੱਪਰ ਕੀ ਡਾਟਾ ਕੀ ਹੁੰਦਾ, ਸਟੋਰ ਹੁੰਦਾ। ਹੁਣ ਨੈਕਸਟ ਦੇਖਦੇ ਹਾਂ ਆਪਾਂ, ਕੁਐਸਚਨ ਕੀ ਆਉਂਦਾ, ਕਹਿੰਦਾ ਵਿਚ ਸਟੋਰੇਜ ਡਿਵਾਈਸ ਇਜ਼ ਮਾਊਂਟਡ ਔਨ ਰੀਲ। ਤਾਂ ਬਲੈਕ ਤਰ੍ਹਾਂ ਦੀ ਪੱਟੀ ਜੀ ਹੁੰਦੀ, ਉਹਨੂੰ ਰੀਲ ਕਹਿ ਦਿੰਦੇ ਆ। ਕਹਿੰਦਾ ਉਹ ਕਿਹੜੀ ਯੂਜ਼ ਕਰਦੀ ਸੀਗੀ, ਮੈਗਨੈਟਿਕ ਟੇਪ ਦੇ ਵਿੱਚ ਯੂਜ਼ ਹੁੰਦੀ ਸੀਗੀ। ਠੀਕ ਹੈ, ਨੈਕਸਟ ਗੱਲ ਕਰਦੇ ਆ ਰਾਜੇ, ਮੈਗਨੈਟਿਕ ਡਿਸਕ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀਆਂ ਨੇ। ਮੈਗਨੈਟਿਕ ਡਿਸਕ ਦੇ ਵਿੱਚ ਕੀ ਆ ਰਾਜੇ, ਇਹਨਾਂ ਨੂੰ ਵਰਤਿਆ ਜਾਂਦਾ ਡਾਇਰੈਕਟ ਮੈਮਰੀ ਸੈਸ ਦੇ ਵਾਸਤੇ। ਤਾਂ ਇਹ ਡਾਇਰੈਕਟ ਮੈਮਰੀ ਸੈਸ ਵਾਸਤੇ ਹੁੰਦੀਆਂ ਨੇ। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ, ਇੱਕ ਹਾਰਡ ਡਿਸਕ ਆਉਂਦੀ ਹੈ, ਇੱਕ ਹੁੰਦੀ ਹੈ ਫਲੋਪੀ ਡਿਸਕ। ਠੀਕ ਹੈ, ਤੇ ਇਹਦਾ ਡਾਟਾ ਰਾਜੇ ਪਰਮਾਨੈਂਟ ਹੁੰਦਾ, ਇਹਦਾ ਡਾਟਾ ਲੋਸਟ ਨਹੀਂ ਹੁੰਦਾ, ਚਾਹੇ ਪਾਵਰ ਆਫ ਹੋ ਜਾਵੇ। ਠੀਕ ਹੈ, ਇਹਦਾ ਡਾਟਾ ਕੀ ਰਹੂਗਾ, ਨੋਨ ਵੋਲੇਟਾਈਲ ਇਨ ਨੇਚਰ ਰਹੂਗਾ। ਤਾਂ ਹਾਰਡ ਡਿਸਕ ਦੇ ਬਾਰੇ ਤੁਸੀਂ ਦੇਖਿਆ ਹੀ ਹੋਊਗਾ। ਹਾਰਡ ਡਿਸਕ ਇਹ ਮਦਰਬੋਰਡ ਤੇ ਲੱਗੀ ਹੁੰਦੀ ਹੈ ਰਾਜ, ਇਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਤਾਂ ਇਹਨੂੰ ਆਪਾਂ HDD ਵੀ ਬੋਲ ਦਿੰਦੇ ਆ, ਕਈ ਪੇਪਰ 'ਚ ਪੁੱਛ ਲੈਂਦੇ ਆ ਕਿ HDD ਸਟੈਂਡਸ ਫॉर, ਤਾਂ ਇਹਨੂੰ ਕਹਿ ਦਿੰਦੇ ਆ ਹਾਰਡ ਡਿਸਕ ਡਰਾਈਵ ਕਹਿ ਦਿੰਦੇ ਆ। ਤਾਂ ਇਹਦੇ ਵਿੱਚ ਕੀ ਆ ਰਾਜੇ, ਲਾਰਜ ਅਮਾਊਂਟ ਆਫ ਡਾਟਾ ਆਪਾਂ ਸਟੋਰ ਕਰ ਸਕਦੇ ਹਾਂ। ਤੇ ਜਿਵੇਂ ਮੰਨ ਲਓ 250-500 GB ਦੇ ਮਤਲਬ ਕਿ ਸਾਈਜ਼ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਮਾਰਕੀਟ ਦੇ ਵਿੱਚ ਆਸਾਨੀ ਦੇ ਨਾਲ। ਠੀਕ ਹੈ ਜੀ, ਨੈਕਸਟ ਦੇਖਦੇ ਹਾਂ ਆਪਾਂ ਫਲੋਪੀ ਡਿਸਕ। ਫਲੋਪੀ ਡਿਸਕ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਇਹ ਕੀ ਹੈ ਰਾਜੇ, ਇੱਕ ਤਰ੍ਹਾਂ ਦੀ ਕਹਿੰਦਾ ਵੀ ਮੈਗਨੈਟਿਕ ਸਟੋਰੇਜ ਮੀਡੀਅਮ ਹੁੰਦਾ ਕੰਪਿਊਟਰ ਸਿਸਟਮ ਵਾਸਤੇ। ਤਾਂ ਇਹਦੇ ਵਿੱਚ ਕੀ ਹੈ ਰਾਜੇ, ਇੱਕ ਥਿਨ ਫਲੈਕਸੀਬਲ ਮੈਗਨੈਟਿਕ ਡਿਸਕ ਹੁੰਦੀ ਸੀਗੀ ਸਕੇਅਰ ਫਾਰਮ ਦੇ ਵਿੱਚ। ਮੈਂ ਤੁਹਾਨੂੰ ਅੱਗੇ ਜਾ ਕੇ ਫੋਟੋ ਦਿਖਾਊਂਗਾ ਇਹਨਾਂ ਦੀ। ਤਾਂ ਇਹਨੂੰ ਕਹਿ ਦਿੰਦੇ ਆ ਫਲੋਪੀ ਡਿਸਕ ਡਰਾਈਵ ਕਹਿ ਦਿੰਦੇ ਆ ਰਾਜੇ। ਕਾਹਦੇ ਵਾਸਤੇ ਵਰਤੀ ਗਈ ਸੀਗੀ, ਪਹਿਲਾਂ ਕਹਿੰਦਾ ਅਰਲੀ ਡੇਜ਼ ਦੇ ਵਿੱਚ ਵਰਤੀ ਗਈ ਸੀਗੀ। ਇਹਦੇ ਵਿੱਚ ਆਪਾਂ ਡਾਟਾ ਕੀ ਕਰ ਸਕਦੇ ਹਾਂ, ਟ੍ਰਾਂਸਫਰ ਕਰ ਸਕਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ। ਜਿਵੇਂ ਕੋਈ ਫਾਈਲ ਹੋ ਗਈ, ਕੋਈ ਸੌਫਟਵੇਅਰ ਹੋ ਗਿਆ, ਕੋਈ ਫਿਲਮਾਂ ਹੋ ਗਈਆਂ, ਕੋਈ ਬੈਕਅਪ ਹੋ ਗਿਆ ਡਾਟਾ ਦਾ। ਤਾਂ ਠੀਕ ਹੈ, ਉਹਨਾਂ ਵਾਸਤੇ ਵਰਤੀ ਜਾਂਦੀਆਂ ਸੀਗੀਆਂ ਫਲੋਪੀ ਡਿਸਕ ਡਰਾਈਵ। ਆਹ ਹੁੰਦੀ ਹੈ ਭਾਈ ਫਲੋਪੀ, ਅੱਜ ਕੱਲ੍ਹ ਇਹ ਯੂਜ਼ ਨਹੀਂ ਹੁੰਦੀ ਗੀ। ਆਹ ਇਹਦੇ ਵਿੱਚ ਕੀ ਹੁੰਦਾ ਸੀਗਾ, ਮੈਗਨੈਟਿਕ ਮਟੀਰੀਅਲ ਯੂਜ਼ ਹੁੰਦਾ ਸੀਗਾ। ਆਪਣੇ ਪੇਪਰ ਵਾਸਤੇ ਕੀ ਇੰਪੋਰਟੈਂਟ ਹੈ ਰਾਜੇ, ਇਹ ਦੋ ਸਾਈਜ਼ ਦੇ ਵਿੱਚ ਆਉਂਦੀ ਸੀਗੀ, 5.25 ਤੇ 3.5 ਇੰਚ ਦੇ ਵਿੱਚ ਆਉਂਦੀ ਸੀਗੀ। ਹੁਣ ਪੇਪਰ ਦੇ ਵਿੱਚ ਕੁਐਸਚਨ ਬਹੁਤ ਪੁੱਛਿਆ ਜਾਂਦਾ, ਵਾਰ-ਵਾਰ ਪੁੱਛਿਆ ਜਾਂਦਾ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਮਤਲਬ ਫੇਮਸ ਹੋਈ ਸੀਗੀ 3.5 ਇੰਚ ਵਾਲੀ ਹੋਈ ਸੀਗੀ। ਤਾਂ ਇਹਦੇ ਵਿੱਚ ਕਿੰਨਾ ਡਾਟਾ ਸਟੋਰ ਹੁੰਦਾ ਰਾਜੇ, 1.44 ਮੈਗਾਬਾਈਟਸ। ਯਾਦ ਰੱਖੋ, ਪੇਪਰ ਦੇ ਵਿੱਚ ਭੁਲੇਖਾ ਪਾਉਣ ਵਾਸਤੇ 1.44 GB ਲਿਖ ਦੂਗਾ, KB ਲਿਖ ਦੂਗਾ। ਤੁਸੀਂ ਯਾਦ ਰੱਖਣਾ ਮੈਗਾਬਾਈਟਸ ਦੇ ਵਿੱਚ ਸਟੋਰ ਹੁੰਦਾ ਸੀ ਡਾਟਾ। ਉਸ ਟਾਈਮ ਦਾ ਦੇਖੋ, ਅੱਜ ਦੇ ਜ਼ਮਾਨੇ 'ਚ ਦੇਖਿਆ ਜਾਵੇ ਤਾਂ ਬਹੁਤ ਘੱਟ ਡਾਟਾ ਹੈ, ਪਰ ਉਸ ਟਾਈਮ ਇਹ ਵੀ ਬਹੁਤ ਵੱਡੀ ਮੈਮਰੀ ਮੰਨੀ ਜਾਂਦੀ ਸੀਗੀ 1.44। ਠੀਕ ਹੈ, ਤਾਂ ਨੈਕਸਟ ਦੇਖਦੇ ਹਾਂ ਆਪਾਂ ਹੁਣ ਕੁਐਸਚਨ, ਇਹ ਤੋਂ ਮੈਂ ਤੁਹਾਨੂੰ ਲਾਸਟ ਤੇ ਕਰਵਾਊਂਗਾ। ਨੈਕਸਟ ਵੱਧਦੇ ਆਪਾਂ ਆਪਟੀਕਲ ਸਟੋਰੇਜ ਦੇ ਵਾਸਤੇ ਰਾਜੇ। ਆਪਟੀਕਲ ਸਟੋਰੇਜ ਦੇ ਵਿੱਚ ਕੀ ਹੁੰਦਾ, ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੀਆਂ ਮੈਮਰੀਜ਼ ਜ਼ਿਆਦਾ ਇੰਪੋਰਟੈਂਟ ਨੇ।
ਜਿਵੇਂ CD ਹੋ ਗਈ ਤੁਹਾਡੀ, DVD ਹੋ ਗਈ, ਠੀਕ ਹੈ। ਤਾਂ CD ਦੇ ਵਿੱਚ ਕੀ ਪੁੱਛਿਆ ਜਾਂਦਾ ਰਾਜੇ, ਜਿਵੇਂ ਜੇਲ੍ਹ ਸੁਪਰਡੈਂਟ ਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਤੇ ਮੈਂ ਪਹਿਲਾਂ ਵੀ ਕਰਵਾਇਆ ਸੀ ਤੁਹਾਨੂੰ। CD ਦੀ ਫੁੱਲ ਫਾਰਮ ਕੀ ਹੈ ਰਾਜੇ, ਕੰਪੈਕਟ ਡਿਸਕ ਕਹਿੰਦੇ ਇਹਨੂੰ। ਤਾਂ ਕੰਪੈਕਟ ਡਿਸਕ ਕਹਿੰਦੇ ਆ ਰਾਜੇ, ਇਹਦੇ ਵਿੱਚ ਕਿੰਨੀ ਸਪੇਸ ਹੁੰਦੀ ਆ, 700 MB ਸਪੇਸ ਹੁੰਦੀ ਹੈ। ਤੇ CD ਦੇ ਵਿੱਚ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ CD ROM ਹੁੰਦੀ ਹੈ, ਇੱਕ ਹੁੰਦੀ CD RW। ਹੁਣ CD ROM ਦੀ ਫੁੱਲ ਫਾਰਮ ਪੁੱਛੀ ਗਈ ਸੀ ਰਾਜੇ। CD ROM ਹੁੰਦੀ ਆ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਇਹ ਕੀ ਹੁੰਦੀ ਸੀਗੀ ਰਾਜੇ, ਇਹ 10 ਰੁਪਏ ਦੀ ਮਿਲ ਜਾਂਦੀ ਸੀਗੀ। ਇਹਦੇ ਵਿੱਚ ਕੀ ਆ, ਡਾਟਾ ਮੈਂ ਅਗਰ ਇੱਕ ਵਾਰੀ ਭਰਤਾ, ਮੰਨ ਲਓ ਕਿ ਮੈਂ ਫਿਲਮ ਸਟੋਰ ਕਰਤੀ, ਤਾਂ ਮੈਂ ਫਿਲਮ ਨੂੰ ਵਾਰ-ਵਾਰ ਵੇਖ ਸਕਦਾ ਸੀ, ਲੇਕਿਨ ਉਹਨੂੰ ਚੇਂਜ ਨਹੀਂ ਕਰ ਸਕਦਾ ਸੀ, ਡਿਲੀਟ ਕਰਕੇ ਨਵੀਂ ਫਿਲਮ ਨਹੀਂ ਪਾ ਸਕਦਾ ਸੀਗਾ। ਫਿਰ ਇਸ ਤੋਂ ਬਾਅਦ ਇੱਕ ਨਵੀਂ ਇਨਵੈਂਸ਼ਨ ਹੋਈ CD ਰੀਡ ਰਾਈਟ। ਤਾਂ ਇਹਦੇ ਵਿੱਚ ਕੀ ਹੈ, ਮੰਨ ਲਓ ਮੈਂ ਇੱਕ ਵਾਰੀ ਫਿਲਮ ਭਰਤੀ, ਮੈਂ ਫਿਲਮ ਦੇਖ ਲਈ, ਮੇਰਾ ਮੂਡ ਚੇਂਜ ਹੋ ਗਿਆ ਕਿ ਮੈਂ ਅਗਲੀ ਫਿਲਮ ਦੇਖਣੀ ਹੈ, ਤਾਂ ਮੈਂ ਪਹਿਲਾਂ ਡਾਟਾ ਕੀ ਕਰ ਦਿੰਦਾ ਸੀ, ਡਿਲੀਟ ਕਰ ਦਿੰਦਾ ਸੀ, ਨਵਾਂ ਡਾਟਾ ਕੀ ਕਰ ਲੈਂਦਾ ਸੀਗਾ, ਭਰ ਲੈਂਦਾ ਸੀਗਾ। ਜਿਵੇਂ ਤੁਸੀਂ ਅੱਜ ਕੱਲ੍ਹ USB ਦੇ ਵਿੱਚ ਕਰਦੇ ਹੋ, ਪੈਨ ਡਰਾਈਵ 'ਚ ਕਰਦੇ ਹੋ, ਡਾਟਾ ਡਿਲੀਟ ਕਰ ਲੈਂਦੇ ਹੋ, ਨਵਾਂ ਡਾਟਾ ਭਰ ਲੈਂਦੇ ਹੋ, ਤਾਂ ਐਵੇਂ ਇਹਦੇ ਵਿੱਚ ਭਰ ਸਕਦੇ ਸੀਗੇ, ਠੀਕ ਹੈ। ਤੇ ਇਹ CD ਰੀਡ ਰਾਈਟ ਹੁੰਦੀ ਹੈ। ਨੈਕਸਟ ਕਹਿੰਦਾ ਕੁਐਸਚਨ ਪੁੱਛ ਲੈਂਦਾ, ਕਹਿੰਦਾ ਵੀ ਵਾਟ ਇਜ਼ ਦਾ ਸ਼ੇਪ ਆਫ CD। ਤਾਂ ਬਹੁਤ ਸੌਖਾ ਕੁਐਸਚਨ ਹੈ, ਸਰਕੂਲਰ ਹੁੰਦੀ ਹੈ, ਠੀਕ ਹੈ। ਤੁਹਾਨੂੰ ਭੁਲੇਖਾ ਪਾਉਣ ਵਾਸਤੇ ਲਿਖਿਆ ਹੋਇਆ, ਹੈਕਸਾਗਨਲ ਲਿਖੀ ਹੋਈ ਹੈ, ਰੈਕਟੈਂਗੂਲਰ ਲਿਖੀ ਹੋਈ ਹੈ, ਠੀਕ ਹੈ। ਤਾਂ ਤੁਸੀਂ ਭੁਲੇਖਾ ਨਹੀਂ ਖਾਣਾਗਾ, ਰਾਊਂਡ ਸ਼ੇਪ ਦੇ ਵਿੱਚ ਹੁੰਦੀ ਹੈ, ਸਰਕੂਲਰ ਫਾਰਮ ਦੇ ਵਿੱਚ। ਹੁਣ DVD ਦੀ ਫੁੱਲ ਫਾਰਮ ਬਹੁਤ ਵਾਰੀ ਪੁੱਛੀ ਜਾਂਦੀ ਹੈ ਰਾਜੇ, ਨੂੰ ਕਹਿ ਦਿੰਦੇ ਆ ਡਿਜੀਟਲ ਵਰਸੇਟਾਈਲ ਡਿਸਕ ਕਹਿ ਦਿੰਦੇ ਆ। ਬੱਚੇ ਕੀ ਲਗਾ ਕੇ ਆ ਜਾਂਦੇ ਆ, ਡਿਜੀਟਲ ਵੀਡੀਓ ਡਿਸਕ। ਵੀਡੀਓ ਡਿਸਕ ਵੀ ਗਲਤ ਹੈ ਰਾਜੇ, ਡਿਜੀਟਲ ਵਰਸੇਟਾਈਲ ਡਿਸਕ ਹੁੰਦੀ ਹੈ ਇਹ, ਠੀਕ ਹੈ। ਤਾਂ ਇਹਦੇ ਵਿੱਚ ਵੀ ਰਾਜੇ ਦੋ ਤਰ੍ਹਾਂ ਦੀ ਹੁੰਦੀ ਹੈ, DVD ROM ਤੇ DVD ਰੀਡ ਰਾਈਟ। ਤਾਂ ਇਹ ਵੀ ਯਾਦ ਰੱਖ ਲਿਓ। ਬਸ ਇਹਦੇ ਵਿੱਚ ਕੀ ਹੈ, ਇਹ ਜਿਵੇਂ 4.7 GB ਹੋ ਗਈ, ਮਤਲਬ ਕਿ CD ਦੇ ਨਾਲੋਂ ਬਹੁਤ ਡਾਟਾ ਕੀ ਹੁੰਦਾ, ਸਟੋਰ ਕਰਦੀ ਹੈ। ਤਾਂ ਇਹ ਵੀ ਰੀਡ ਓਨਲੀ ਮੈਮਰੀ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਮਾਰਟ ਕਾਰਡ। ਤੁਸੀਂ ਦੇਖਿਆ ਹੋਊਗਾ 2018 ਦੇ ਵਿੱਚ ਕੀ ਹੋਇਆ ਸੀਗਾ, ਪੁਰਾਣੇ ATM ਬੰਦ ਹੋ ਗਏ ਸੀਗੇ, ਸਮਾਰਟ ਕਾਰਡ ਚੱਲ ਪਏ, ਜਿਹਦੇ ਅੱਗੇ ਕੀ ਲੱਗੀ ਹੁੰਦੀ ਹੈ, ਚਿਪ ਲੱਗੀ ਹੁੰਦੀ ਹੈ। ਕਿਉਂਕਿ ਜਿਹੜੇ ਪੁਰਾਣੇ ATM ਸੀਗੇ ਉਹਦੇ ਪਿੱਛੇ ਕੀ ਲੱਗੀ ਹੁੰਦੀ ਹੈ, ਇੱਕ ਮੈਗਨੈਟਿਕ, ਮਤਲਬ ਕਿ ਬਲੈਕ ਕਲਰ ਦੀ ਪੱਟੀ ਲੱਗੀ ਹੁੰਦੀ ਹੈ। ਤਾਂ ਇਹ ਚਿਪ ਦੇ ਵਿੱਚ ਕੀ ਹੁੰਦਾ ਰਾਜੇ, ਆਪਣਾ ਸੈਂਸਿਟਿਵ ਡਾਟਾ ਹੁੰਦਾ, ਪਰਸਨਲ ਡਾਟਾ ਹੁੰਦਾ, ਆਪਣਾ ਅਕਾਊਂਟ ਨੰਬਰ ਹੋ ਗਿਆ, ਆਪਣਾ ਨੇਮ ਹੋ ਗਿਆ, ਠੀਕ ਹੈ। ਤਾਂ ਇਹਨੂੰ ਕਹਿ ਦਿੰਦੇ ਆ ਸਮਾਰਟ ਕਾਰਡ। ਤਾਂ ਇਹਨੂੰ ਚਿਪ ਐਂਡ ਪਿਨ ਕਾਰਡ ਵੀ ਕਹਿ ਦਿੰਦੇ ਆ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਰਾਜੇ, ਜਿਵੇਂ ਤੁਸੀਂ ਕੋਈ ਮੰਨ ਲਓ ਅੱਜ ਕੱਲ੍ਹ ਡਰਾਈਵਿੰਗ ਲਾਇਸੈਂਸ ਦੇਖਦੇ ਹੋਵੋਗੇ, ਆਧਾਰ ਕਾਰਡ ਦੇਖਦੇ ਹੋਵੋਗੇ, ਉਹਦੇ ਵਿੱਚ ਵੀ ਲੱਗਾ ਹੁੰਦਾ, ਜਾਂ ਪੈਨ ਕਾਰਡ ਦੇ ਵਿੱਚ ਵੀ ਲੱਗਾ ਹੁੰਦਾ, ਜਾਂ TV ਕਾਰਡ ਦੇ ਵਿੱਚ ਵੀ ਲੱਗਾ ਹੁੰਦਾ। ਤਾਂ ਬਸ ਇਹਦੇ ਵਿੱਚ ਕੀ ਹੁੰਦਾ ਰਾਜੇ, ਆਪਣਾ ਪਰਸਨਲ ਡਾਟਾ ਸਟੋਰ ਹੁੰਦਾ, ਠੀਕ ਹੈ। ਤਾਂ ਸਮਾਰਟ ਕਾਰਡ ਪੁੱਛ ਲੈਂਦੇ, ਤਾਂ ਕਰਕੇ ਮੈਂ ਇੱਥੇ ਕਰਵਾਤਾ, ਬਾਕੀ ਇੰਨਾ ਇੰਪੋਰਟੈਂਟ ਨਹੀਂ ਹੈਗਾ ਇਹ। ਨੈਕਸਟ ਦੇਖਦੇ ਹਾਂ, ਨੈਕਸਟ ਮੈਮਰੀ ਹੈਗੀ ਹੈ ਮੈਮਰੀ ਕਾਰਡ। ਅੱਜ ਕੱਲ੍ਹ ਤਾਂ ਯੂਜ਼ ਨਹੀਂ ਹੁੰਦਾ, ਜਦੋਂ ਪਹਿਲਾਂ ਫੋਨ ਆਏ ਸੀਗੇ ਤਾਂ ਇੰਨੀ ਜ਼ਿਆਦਾ ਮੈਮਰੀ ਨਹੀਂ ਹੁੰਦੀ ਸੀਗੀ। ਅੱਜ ਕੱਲ੍ਹ ਤਾਂ ਜਿਵੇਂ 16 GB 64 GB 128 GB ਆਉਣ ਲੱਗ ਗਏ, ਪਹਿਲਾਂ ਆਉਂਦੀ ਸੀ MB ਦੇ ਵਿੱਚ। ਤੇ ਉਦੋਂ ਕੀ ਸੀਗਾ, ਐਕਸਟਰਾ ਮੈਮਰੀ ਵਧਾਉਣ ਵਾਸਤੇ ਕਾਰਡ ਪਾਏ ਜਾਂਦੇ ਸੀ ਅੱਜ, ਜਿਹਨੂੰ ਕਹਿ ਦਿੰਦੇ ਸੀਗੇ ਮੈਮਰੀ ਕਾਰਡ ਜਾਂ ਮੈਮਰੀ ਚਿਪ ਕਹਿ ਦਿੰਦੇ ਸੀਗੇ। ਤਾਂ ਸਭ ਤੋਂ ਜ਼ਿਆਦਾ ਮਸ਼ਹੂਰ ਹੋਏ ਸੀਗੇ SD ਕਾਰਡ, ਜਿਹਨੂੰ ਕਹਿ ਦਿੰਦੇ ਆ ਸੈਨ ਡਿਸਕ। ਤਾਂ ਸੈਨ ਡਿਸਕ ਦੇ ਮਸ਼ਹੂਰ ਹੋਏ ਸੀ, ਇਹਨੂੰ ਕਹਿ ਦਿੰਦੇ SD ਕਾਰਡ। ਇਹਨਾਂ ਦਾ ਕੰਮ ਕੀ ਸੀਗਾ, ਬਸ ਜਸਟ ਮੈਮਰੀ ਵਧਾਉਣ ਵਾਸਤੇ ਮੋਬਾਈਲ ਦੇ ਵਿੱਚ, ਕੰਪਿਊਟਰ ਦੇ ਵਿੱਚ ਵਰਤੇ ਜਾਂਦੇ ਸੀਗੇ, ਠੀਕ ਹੈ। ਡਾਟਾ ਵਗੈਰਾ ਆਪਾਂ ਸਟੋਰ ਕਰ ਸਕਦੇ ਹਾਂ, ਪੋਰਟੇਬਲ ਹੁੰਦੇ ਨੇ, ਆਪਾਂ ਕਿਤੇ ਵੀ ਕੱਢ ਕੇ ਲਿਜਾ ਸਕਦੇ ਹਾਂ ਆਸੇ ਪਾਸੇ। ਅੱਜ ਕੱਲ੍ਹ ਇਹ ਕੈਮਰੇ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਠੀਕ ਹੈ, ਵੀਡੀਓ ਕੈਮਰੇ ਦੇ ਵਿੱਚ। ਲਾਸਟ ਲੇਕਿਨ ਬਹੁਤ ਇੰਪੋਰਟੈਂਟ ਮੈਮਰੀ ਆ USB। USB ਹੁੰਦੀ ਹੈ ਰਾਜੇ ਯੂਨੀਵਰਸਲ ਸੀਰੀਅਲ ਬੱਸ, ਇੱਕ ਤਰ੍ਹਾਂ ਦੀ ਫਲੈਸ਼ ਮੈਮਰੀ ਹੁੰਦੀ ਹੈ। ਇਹਦੇ ਵਿੱਚ ਆਪਾਂ ਕੀ ਹੈ, ਡਾਟਾ ਪੋਰਟੇਬਲ ਹੁੰਦੀ ਹੈ, ਆਪਾਂ ਕਿਤੇ ਵੀ ਲਿਜਾ ਸਕਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ। ਇਹ ਬਹੁਤ ਫਾਸਟ ਮੈਮਰੀ ਹੁੰਦੀ ਹੈ। ਤੁਸੀਂ ਦੇਖਦੇ ਹੋਵੋਗੇ, ਪੈਨ ਡਰਾਈਵ ਲਗਾਉਂਦੇ ਹੋਵੋਗੇ ਤਾਂ ਤੁਹਾਨੂੰ ਬਹੁਤ ਫਾਸਟ ਤੁਸੀਂ ਮੂਵ ਕਰ ਸਕਦੇ ਹੋ ਡਾਟਾ। ਤਾਂ ਹਰੇਕ ਕੰਪਿਊਟਰ ਦੇ ਵਿੱਚ ਤੁਹਾਨੂੰ 1 ਤੋਂ 2 ਪੋਰਟ ਮਿਲ ਜਾਂਦੇ ਆ, ਜਿਹਦੇ ਵਿੱਚ ਆਪਾਂ USB ਲਗਾ ਸਕਦੇ ਹਾਂ ਆਸਾਨੀ ਦੇ ਨਾਲ, ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਊਗੀ। ਅੱਛਾ, ਹੁਣ ਆਪਾਂ ਨੈਕਸਟ ਕਵਰ ਕਰਨੀਆਂ ਨੇ 2 ਮਿਸਲੇਨੀਅਸ ਟੌਪਿਕ ਰਹਿ ਗਏ। 2 ਤਰ੍ਹਾਂ ਦੀਆਂ ਮੈਮਰੀਆਂ ਨਹੀਂ ਪੜ੍ਹੀਆਂ, ਬਾਕੀ ਸਾਰਾ ਪੜ੍ਹ ਲਿਆ ਆਪਾਂ। ਇੱਕ ਆਪਾਂ ਕੈਸ਼ੇ ਮੈਮਰੀ ਨਹੀਂ ਪੜ੍ਹੀ, ਇੱਕ ਆਪਾਂ ਰਜਿਸਟਰ ਮੈਮਰੀ ਨਹੀਂ ਪੜ੍ਹੀ। ਤਾਂ ਇਹ ਪੜਾਂਗੇ ਆਪਾਂ ਅਗਲੀ ਵਾਰੀ। ਕਹਿੰਦਾ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਫਾਸਟੈਸਟ ਮੈਮਰੀ ਇਨ ਦਾ ਕੰਪੋਨੈਂਟ ਇਨ ਕੰਪਿਊਟਰ। ਤਾਂ ਸਭ ਤੋਂ ਫਾਸਟੈਸਟ ਹੁੰਦੀ ਹੈ ਰਾਜੇ ਰਜਿਸਟਰ। ਤੇ ਜੇ ਰੈਮ ਦੇ ਵਿੱਚ ਪੁੱਛਿਆ ਜਾਵੇ ਤੇ ਸੈਕੰਡਰੀ ਮੈਮਰੀ 'ਚ ਪੁੱਛਿਆ ਜਾਵੇ ਤਾਂ ਰੈਮ ਫਾਸਟ ਹੁੰਦੀ ਹੈ, ਠੀਕ ਹੈ। ਤਾਂ ਰਜਿਸਟਰ ਸਭ ਤੋਂ ਜ਼ਿਆਦਾ ਫਾਸਟ ਹੁੰਦੀ ਹੈ ਰਾਜੇ, ਠੀਕ ਹੈ। ਤੇ ਜਿਵੇਂ ਰਜਿਸਟਰ ਤੋਂ ਬਾਅਦ ਹੁੰਦੀ ਹੈ ਕੈਸ਼ੇ, ਸਭ ਤੋਂ ਫਾਸਟ ਰਜਿਸਟਰ, ਫਿਰ ਕੈਸ਼ੇ, ਫਿਰ ਰੈਮ, ਫਿਰ ਹਾਰਡ ਡਿਸਕ ਤੇ ਫਿਰ ਮੈਗਨੈਟਿਕ ਟੇਪ। ਇਹ ਸਾਰਾ ਕੁਝ ਪੜ੍ਹਨਾ ਆਪਾਂ, ਮੈਮਰੀ ਹਾਇਰਾਰਕੀਕਲ ਪੜ੍ਹਨਾ ਸਾਰਾ, ਵੀ ਕਿਵੇਂ ਕਿਵੇਂ ਕਿਹੜੀ ਕਿਹੜੀ ਮੈਮਰੀ ਦੀ ਸਾਈਜ਼ ਕਿਵੇਂ ਹੁੰਦਾ ਤੇ ਕਿਹੜੀ ਕਿਹੜੀ ਮੈਮਰੀ ਜਲਦੀ ਅਸੈਸ ਹੁੰਦੀ ਹੈ। ਇਹ ਪੜਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਸਲੇਨੀਅਸ ਟੌਪਿਕ ਦੇ ਵਿੱਚ। ਤੇ ਅੱਜ ਦਾ ਬੇਸਿਕ ਟੌਪਿਕ ਆਪਣਾ ਕਵਰ ਹੋ ਗਿਆ। ਤੁਸੀਂ ਹੁਣ ਇਹਨਾਂ ਕੁਐਸਚਨਾਂ ਦੇ ਜਵਾਬ ਜ਼ਰੂਰ ਦੇਣੇ ਨੇ, ਨਾਲ ਤੁਸੀਂ ਕਮੈਂਟ ਬਾਕਸ 'ਚ ਲਿਖਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਟੈਲੀਗ੍ਰਾਮ ਦਾ ਗਰੁੱਪ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਿਆ, ਜਾ ਕੇ ਜੁਆਇਨ ਕਰ ਲਿਓ। ਤੁਸੀਂ ਫੁੱਲ ਫਾਰਮ ਦੱਸਣੀ ਹੈ DRAM ਦੀ, ਆਪਣਾ ਆਨਸਰ ਜ਼ਰੂਰ ਕਰਕੇ ਜਾਣਾ ਹੈ। ਤੇ ਨਾਲ ਹੀ ਕੁਐਸਚਨ ਹੋਰ ਤੁਹਾਨੂੰ ਪੁੱਛਿਆ ਗਿਆ ਕਿ USB ਦੀ ਫੁੱਲ ਫਾਰਮ ਕੀ ਹੈ, ਇਹਦਾ ਆਨਸਰ ਵੀ ਤੁਸੀਂ ਕਰ ਦਿਓ, ਠੀਕ ਹੈ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ।
ਤੇ ਅੱਜ ਤੋਂ ਬਾਅਦ ਤੁਹਾਨੂੰ ਰੈਗੂਲਰ ਵੀਡੀਓ ਮਿਲੂਗੀ ਡੇਲੀ ਪਟਵਾਰੀ ਵਾਸਤੇ, ਕੰਪਿਊਟਰ ਦਾ ਕੋਰਸ ਵਾਸਤੇ। ਤੇ ਰੋਜ਼ ਆਪਾਂ ਇੱਕ ਟੌਪਿਕ ਕਵਰ ਕਰਾਂਗੇ ਤਾਂ ਆਪਣਾ ਪ੍ਰੀ ਤੋਂ ਪਹਿਲਾਂ ਹੋ ਜਾਊਗਾ ਸਿਲੇਬਸ ਕਵਰ। ਬਾਬਾ ਮਿਹਰ ਕਰੇ, ਸਭ ਮਿਹਨਤ ਕਰਦੇ ਰਹੋ, ਮਿਹਨਤਾਂ ਨੂੰ ਫਲ ਲੱਗਦੇ ਨੇ। ਦੇਖੋ ਕੱਲ ਤੁਸੀਂ ਜੇ ਵੀਡੀਓ ਦੇਖ ਲਈ ਹੋਊਗੀ, ਆਈ ਹੋਪ ਸਭ ਨੇ ਦੇਖ ਲਈ ਹੋਊਗੀ, ਕੱਲ ਜਿਹੜਾ ਜੇਲ੍ਹ ਸੁਪਰਡੈਂਟ ਦਾ ਐਗਜ਼ਾਮ ਹੋਇਆ ਉਹਦੇ ਵਿੱਚ ਸਾਰੇ ਕੁਐਸਚਨ ਆਪਣੇ ਕਿਰਾਇਆਂ ਚੋਂ ਆਏ ਆ, ਸਿਰਫ 2 ਕੁਐਸਚਨ ਨੂੰ ਛੱਡ ਕੇ। ਠੀਕ ਹੈ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਆਪਾਂ ਹਵਾ 'ਚ ਤੀਰ ਨਹੀਂ ਮਾਰਦੇ, ਆਪਣੇ ਰਿਕਾਰਡ ਬੋਲਦੇ ਆ, ਜਾ ਕੇ ਚੈੱਕ ਕਰ ਲਿਓ, ਸਕਰੀਨਸ਼ਾਟ ਪਾਏ ਆ ਵਿਦ ਪ੍ਰੂਫ। ਠੀਕ ਹੈ, ਤਾਂ ਪੇਪਰ ਦੀ ਤਿਆਰੀ ਕਰਦੇ ਰਹੋ। ਦੇਖੋ ਸੈਲਫ ਸਟੱਡੀ ਵੀ ਕਰਿਆ ਕਰੋ ਨਾਲ ਨਾਲ। ਹੁਣ ਮੰਨ ਲਓ ਇੱਕ ਵਾਰੀ ਤੁਸੀਂ ਵੀਡੀਓ ਦੇਖ ਲੈਣੀ ਆ, ਉਸ ਤੋਂ ਬਾਅਦ ਤੁਸੀਂ ਇੱਕ ਵਾਰੀ PDF ਪੜ੍ਹ ਲੈਣੀ ਆ, ਸਫੀਸ਼ੀਐਂਟ। ਕੋਈ ਬੁੱਕ ਲੈਣ ਦੀ ਜ਼ਰੂਰਤ ਨਹੀਂ, ਕੋਈ ਇੱਧਰੋਂ ਉੱਧਰੋਂ ਮੂੰਹ ਮਾਰਨ ਦੀ ਜ਼ਰੂਰਤ ਨਹੀਂ। ਬਸ ਇੱਥੇ ਤੁਸੀਂ ਕੰਪਲੀਟ ਕਰ ਸਕਦੇ ਹੋ ਆਰਾਮ ਦੇ ਨਾਲ, ਆਸਾਨੀ ਦੇ ਨਾਲ। ਅੱਛਾ, ਗਰੰਟੀ ਹੈ ਤੁਹਾਨੂੰ ਇਹਦੇ ਵਿੱਚੋਂ ਹੀ ਆਊਗਾ, ਇਸ ਤੋਂ ਬਾਹਰ ਨਹੀਂ ਆਊਗਾ, ਇਹ ਮੇਰੀ ਗਰੰਟੀ ਹੈ। ਠੀਕ ਹੈ ਜੀ, ਆਈ ਹੋਪ ਸਭ ਨੂੰ ਪਸੰਦ ਆਇਆ ਹੋਊਗਾ। ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਬਾਬਾ ਮਿਹਰ ਕਰੇ।